ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੈ ਗੋ। ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾਤਾਰ ਸਤਿਗੁਰਾਂ ਜੀ ਦੇ ਸਜੇ ਹੋਏ ਮਹਾਨ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਦੂਰੋਂ ਨੇੜਿਓਂ ਚੱਲ ਕੇ ਆਏ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਅਤੇ ਮੀਡੀਏ ਦੇ ਸਾਧਨ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਆਨੰਦ ਮਾਣ ਰਹੇ ਸਤਿਗੁਰੂ ਦੇ ਪਿਆਰ ਵਾਲਿਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਕੀ ਪਾਵਨ ਬਾਣੀ ਦੇ ਪਾਠ ਕੀਰਤਨ ਕਥਾ ਵਿਚਾਰ ਦਾ ਲਾਹਾ ਪ੍ਰਾਪਤ ਕਰਨ ਦਾ ਇਹ ਸੁਭਾਗ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਾਇਆ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗਰੀਬ ਨਵਾਜ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਅਸ਼ਟਪਦੀ ਦਾ ਜਿਸ ਦੀ ਵਿਚਾਰ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਵੀ ਸਤਿਕਾਰਯੋਗ ਗਿਆਨੀ ਜੀ ਪਾਸੋਂ ਸ਼ਰਵਣ ਕੀਤੀ ਸੀ, ਉਸ ਦੇ ਅਗਲੇਰੇ 4 ਬੰਦਾਂ ਦਾ ਪਾਠ ਆਪਾਂ ਸਾਰਿਆਂ ਨੂੰ ਬੜੇ ਪਿਆਰ ਸਹਿਤ ਪੜ੍ਹ ਕੇ ਸੁਣਾਇਆ ਹੈ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 618 ਉੱਪਰ ਰਾਗ ਸੋਰਠ ਦੇ ਵਿੱਚ ਸੁਭਾਏਮਾਨ ਹੈ, ਅੰਕਿਤ ਹੈ। ਇਸ ਅਸ਼ਟਪਦੀ ਦੇ ਰਹਾਉ ਦੇ ਬੰਦ ਵਿੱਚ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕਰਦਿਆਂ ਫਰਮਾਇਆ, ਹਰ ਜੀਓ ਆਪੇ ਬਖਸ਼ ਮਿਲਾਏ। ਹਰੀ ਪ੍ਰਭੂ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਾਡੇ ਵਰਗੇ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜੋੜ ਲੈਂਦਾ ਹੈ। ਅਸੀਂ ਕਿਹੋ ਜਿਹੇ ਹਾਂ, ਸਾਡਾ ਜੀਵਨ ਕੀ ਹੈ, ਸਾਡਾ ਕਰਮ ਕੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਲਿਖਦੇ ਹਨ, ਗੁਣਹੀਨ ਅਸੀਂ ਗੁਣਾਂ ਤੋਂ ਹੀਣੇ, ਗੁਣਹੀਨ ਹਮ ਅਪਰਾਧੀ ਭਾਈ। ਹੇ ਭਾਈ, ਸਾਡਾ ਜੀਵਨ ਐਸਾ ਹੈ, ਨਾ ਸਾਡੇ ਵਿੱਚ ਕੋਈ ਧਰਮ ਦਾ ਗੁਣ ਹੈ, ਬਲਕਿ ਸਾਡੇ ਵਿੱਚ ਅਪਰਾਧ ਭਰੇ ਹੋਏ ਹਨ। ਅਪਰਾਧ ਪਾਪ ਦੀ ਬਿਰਤੀ ਭਰੀ ਹੋਈ ਹੈ, ਜਿਸ ਵਜ੍ਹਾ ਕਰਕੇ ਅਸੀਂ ਅਪਰਾਧੀ ਬਣਦੇ ਹਾਂ। ਹਰ ਵਾਰ, ਹਰ ਘੜੀ, ਹਰ ਪਲ ਸਾਡੀ ਸੁਰਤ, ਸਾਡਾ ਵਿਹਾਰ ਅਪਰਾਧ ਕਮਾਉਣ ਵਾਲੇ ਪਾਸੇ ਲੱਗਿਆ ਹੋਇਆ ਹੈ। ਗਰੀਬ ਨਵਾਜ ਆਖਦੇ, ਐਸਾ ਜੀਵਨ ਹੁੰਦਿਆਂ ਹੋਇਆਂ ਵੀ
ਗੁਣਹੀਣ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਰਲਾਏ। ਪੂਰੇ ਗੁਰੂ ਨੇ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਨੂੰ ਜੋੜ ਦਿੱਤਾ। ਐਸਾ ਨੀਚ ਜੀਵਨ ਹੁੰਦਿਆਂ, ਐਸੇ ਕੁਕਰਮ ਜੀਵਨ ਵਿੱਚ ਹੁੰਦਿਆਂ, ਗੁਣਾਂ ਤੋਂ ਹੀਣਾ ਜੀਵਨ ਵੀ ਜੇ ਗੁਰੂ ਕਿਰਪਾ ਕਰਕੇ ਆਪਣੀ ਮੱਤ ਨਾਲ ਸ਼ਿੰਗਾਰ ਦੇਵੇ, ਸ਼ੁੱਧ ਕਰ ਦੇਵੇ, ਸਾਫ ਸੁਥਰਾ ਬਣਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਕਬੂਲ ਕਰਵਾ ਦੇਵੇ, ਤਾਂ ਸੁਭਾਵਿਕ ਹੈ ਐਸੇ ਗੁਰੂ ਤੋਂ, ਐਸੇ ਮਿਲਾ ਲੈਣ ਵਾਲੇ ਅਕਾਲ ਪੁਰਖ ਵਾਹਿਗੁਰੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ, ਜਿਹੜਾ ਗੁਣਹੀਣਾਂ ਨੂੰ ਵੀ ਐਸਾ ਮਾਣ ਬਖਸ਼ਿਸ਼ ਕਰ ਦਿੰਦਾ ਹੈ, ਅਪਰਾਧੀਆਂ ਨੂੰ ਵੀ ਐਸਾ ਉੱਚਾ ਜੀਵਨ ਦੇ ਦਿੰਦਾ ਹੈ, ਬਸ਼ਰਤੇ ਕਿ ਗੁਣਾਂ ਤੋਂ ਹੀਣਾ ਤੇ ਅਪਰਾਧ ਕਮਾਉਣ ਵਾਲਾ ਵਿਅਕਤੀ ਆਪਣੇ ਪਿਛਲੇ ਸਾਰੇ ਗੁਨਾਹਾਂ ਤੋਂ ਤੌਬਾ ਕਰਕੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਦਾ ਪ੍ਰਣ ਕਰ ਲਵੇ। ਜਿਨ੍ਹਾਂ ਚਾਰ ਬੰਦਾਂ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਸਾਨੂੰ ਸੁਣਾਇਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪੰਜਵੇਂ ਬੰਦ ਵਿੱਚ ਬਖਸ਼ਿਸ਼ ਕਰਦੇ ਨੇ, ਗੁਰ ਬਿਨ ਸਹਿਜ ਨਾ ਊਪਜੈ ਭਾਈ। ਹੇ ਭਾਈ, ਸਹਿਜ ਦੀ ਅਵਸਥਾ ਗੁਰੂ ਤੋਂ ਬਿਨਾਂ ਪੈਦਾ ਨਹੀਂ ਹੋ ਸਕਦੀ। ਸਹਿਜ ਦਾ ਭਾਵ ਕੀ ਹੈ? ਸਹਿਜ ਦਾ ਭਾਵ ਆਤਮਿਕ ਅਡੋਲਤਾ। ਆਤਮਿਕ ਤੌਰ ਤੇ, ਆਤਮਿਕ ਤਲ ਤੇ ਅਡੋਲ। ਅਡੋਲ ਦਾ ਅਰਥ ਹੁੰਦਾ ਹੈ ਜਿੱਥੇ ਡੋਲਣ ਵਾਲੀ, ਭਟਕਣ ਵਾਲੀ, ਡਿੱਗਣ ਵਾਲੀ ਹਾਲਤ ਖਤਮ ਹੋ ਜਾਏ। ਅਡੋਲ ਉਸੇ ਨੂੰ ਕਹਿੰਦੇ ਨਾ ਜਿਹਦਾ ਬੈਲੈਂਸ ਹੈ, ਜਿਹੜੀ ਨਾ ਇਸ ਪਾਸੇ ਡਿੱਗਦੀ ਹੈ ਨਾ ਇਸ ਪਾਸੇ ਡਿੱਗਦੀ ਹੈ, ਉਹਨੂੰ ਆਖਿਆ ਜਾਂਦਾ ਹੈ ਅਡੋਲ ਅਵਸਥਾ। ਉਦਾਹਰਣ ਵਜੋਂ ਜੋ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਸਤਿਗੁਰੂ ਜੀ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਗਰੀਬ ਨਵਾਜ ਮਹਾਰਾਜ ਜੀ ਦਾ ਇਹ ਪਾਵਨ ਬਚਨ ਥੋੜਾ ਜਿਹਾ ਧਿਆਨ ਨਾਲ ਪੜ੍ਹੀਏ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਸੋਨੇ ਨੂੰ ਮਿੱਟੀ ਕਰਕੇ ਜਾਣਦਾ ਹੈ, ਭਾਵ ਇਹ ਸਮਝਦਾ ਵੀ ਸੋਨਾ ਭਾਵੇਂ ਕੀਮਤੀ ਧਾਤ ਹੈ ਪਰ ਅਖੀਰ ਨਾਸ਼ਵੰਤ ਪਦਾਰਥ ਹੈ, ਖਤਮ ਹੋ ਜਾਣ ਵਾਲੀ ਚੀਜ਼ ਹੈ। ਦੁੱਖ ਨੂੰ, ਸੁੱਖ ਨੂੰ, ਉਸਤਤ ਨੂੰ, ਨਿੰਦਾ ਨੂੰ, ਸੋਨੇ ਨੂੰ ਮਿੱਟੀ ਕਰਕੇ ਜਾਣਨਾ, ਦੁੱਖ ਸੁੱਖ ਨੂੰ ਬਰਾਬਰ ਜਾਣਨਾ, ਉਸਤਤ ਨਿੰਦਾ ਤੋਂ ਉਪਰਾਮ ਹੋ ਜਾਣਾ, ਉੱਪਰ ਉੱਠ ਜਾਣਾ। ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਜਿਹੜੀ ਅਵਸਥਾ ਦੀ ਵਿਆਖਿਆ ਕੀਤੀ ਹੈ ਨਾ, ਉਹ ਸਾਰੀ ਦੀ ਸਾਰੀ ਅਵਸਥਾ ਸਹਿਜ ਹੈ, ਆਤਮਕ ਅਡੋਲਤਾ ਹੈ, ਜਿਸ ਨੂੰ ਗਰੀਬ ਨਵਾਜ ਬਾਣੀ ਦੇ ਵਿੱਚ ਆਖਦੇ ਹਨ, ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ। ਦ੍ਰਿੜ ਦਾ ਅਰਥ ਕੀ ਹੁੰਦਾ ਹੈ? ਪੱਕਾ ਕਰ ਲੈਣਾ, ਮਨ ਦੇ ਅੰਦਰ ਵਸਾ ਲੈਣਾ। ਹਜ਼ੂਰ ਆਖਦੇ ਨਾ ਡਿੱਗਦਾ ਹੈ ਮਨ, ਨਾ ਡੋਲਦਾ ਹੈ। ਨਾ ਸੁਰਤ ਡੋਲਦੀ ਹੈ, ਨਾ ਸੁਰਤ ਡਿੱਗਦੀ ਹੈ, ਨੀਵੇਂ ਪਾਸੇ ਜਾਂਦੀ ਹੈ। ਦ੍ਰਿੜ ਕਰ ਰਹਿਓ, ਦ੍ਰਿੜ ਕਰ ਲਿਆ, ਪੱਕਾ ਕਰ ਲਿਆ ਆਪਣੇ ਹਿਰਦੇ 'ਚ। ਪੂਰਨ ਹੋਏ ਤ੍ਰਿਪਤਾਨੀ, ਨਾ ਤਾਂ ਹੁਣ ਭੁੱਖ ਹੈ ਜੀਵਨ ਅੰਦਰ ਤੇ ਨਾ ਹੀ ਅਫਰੇਵਾ ਹੈ। ਬੰਦਾ ਲੋੜ ਤੋਂ ਵੱਧ ਖਾ ਲਵੇ ਅਫਰੇਵਾ ਹੋ ਜਾਂਦਾ ਹੈ, ਹੰਕਾਰ, ਤੇ ਨਾ ਹੀ ਭੁੱਖ ਹੈ, ਭੀਖ ਮੰਗਣ ਦੀ ਆਦਤ ਵੀ ਨਹੀਂ ਹੈ। ਹੁਣ ਖਿਆਲ ਕਰਿਓ, ਗਰੀਬ ਨਵਾਜ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ, ਜੋ ਭੱਟ ਕਲਸਹਾਰ ਜੀ ਨੇ ਗਰੀਬ ਨਵਾਜ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੀ, ਉਹਨਾਂ ਦੇ ਪਵਿੱਤਰ ਸੁਭਾਅ ਦੀ ਬਾਤ ਆਪਣੇ ਸਵਈਆਂ ਵਿੱਚ ਆਖੀ ਹੈ। ਉਸ ਵਿੱਚ ਉਹਨਾਂ ਨੇ ਇੱਕ ਕੀਮਤੀ ਸ਼ਬਦ ਵਰਤਿਆ, ਜਿਸ ਤੋਂ ਅਸੀਂ ਇਹ ਗੱਲ ਨੂੰ ਸਮਝਣਾ ਹੈ ਕਿ ਸਹਿਜ ਦਾ ਭਾਵ ਕੀ ਹੁੰਦਾ ਹੈ। ਇਸ ਸਮਾਜ ਅੰਦਰ, ਦੁਨੀਆ ਦੇ ਅੰਦਰ, ਜਾਂ ਤਾਂ ਮਨੁੱਖ ਨੂੰ ਗ੍ਰਸਤੀ ਬਣ ਕੇ ਜੀਣਾ ਪੈਂਦਾ ਸੀ, ਜਾਂ ਫਿਰ ਉਸ ਨੂੰ ਰੱਬ ਦੇ ਰਾਹ ਤੇ ਤੁਰਨਾ ਹੈ ਤਾਂ ਧਰਮ ਆਚਾਰੀਆ ਲੋਕਾਂ ਨੇ ਵਿਆਖਿਆ ਕੀਤੀ ਵੀ ਸੰਨਿਆਸ ਲੈ ਲੈਣਾ ਚਾਹੀਦਾ ਹੈ। ਐਸਾ ਨਹੀਂ ਹੋ ਸਕਦਾ ਵੀ ਬੰਦਾ ਗ੍ਰਸਤੀ ਵੀ ਹੋਵੇ ਤੇ ਰੱਬ ਦਾ ਨਾਮ ਵੀ ਕਮਾ ਲਵੇ, ਸੱਚ ਨੂੰ ਵੀ ਜੀਵਨ ਵਿੱਚ ਧਾਰਨ ਕਰ ਲਵੇ। ਦੋਵੇਂ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਇਸ ਕਰਕੇ ਬਹੁਤੀ ਦੁਨੀਆ ਗ੍ਰਸਤ ਮਾਰਗ ਦੇ ਰਾਹ ਦੇ ਉੱਤੇ ਚੱਲਣ ਵਾਲੀ, ਘਰ ਪਰਿਵਾਰ ਵਾਲੀ, ਦੁਨੀਆ ਦੇ ਸਾਰੇ ਧੰਦੇ ਕਿਰਤਕਾਰ ਕਰਨ ਵਾਲੀ, ਪਰ ਕੁਝ ਜਮਾਤਾਂ ਐਸੀਆਂ ਪੈਦਾ ਹੋ ਗਈਆਂ ਜਿਨ੍ਹਾਂ ਨੇ ਆਪਣਾ ਨਾਮ ਉਦਾਸੀ ਰੱਖ ਲਿਆ, ਸੰਨਿਆਸੀ ਰੱਖ ਲਿਆ, ਵਿਰਕਤ ਸਾਧੂ ਰੱਖ ਲਿਆ।
ਉਹ ਗ੍ਰਸਤੀ ਨਹੀਂ ਸਨ ਬਣ ਸਕਦੇ। ਉਹਨਾਂ ਲਈ ਇਹ ਸ਼ਰਤ ਸੀ ਵੀ ਜਾਂ ਤਾਂ ਤੁਸੀਂ ਤਿਆਗੀ ਬਣ ਸਕਦੇ ਹੋ, ਸੰਨਿਆਸ ਲੈ ਸਕਦੇ ਹੋ, ਜਾਂ ਤੁਸੀਂ ਗ੍ਰਸਤੀ ਬਣ ਸਕਦੇ ਹੋ। ਦੋਵਾਂ ਬੇੜੀਆਂ ਵਿੱਚ ਪੈਰ ਨਹੀਂ ਰੱਖਿਆ ਜਾ ਸਕਦਾ। ਐਸਾ ਨਹੀਂ ਹੋ ਸਕਦਾ ਵੀ ਜਿਹੜਾ ਗ੍ਰਸਤੀ ਆਦਮੀ ਉਹ ਸੰਨਿਆਸੀ ਵੀ ਹੋਵੇ ਤੇ ਜਿਹੜਾ ਸੰਨਿਆਸੀ ਹੈ ਉਹ ਗ੍ਰਸਤੀ ਵੀ ਹੋਵੇ। ਐਸਾ ਨਹੀਂ ਹੋ ਸਕਦਾ। ਜਾਂ ਤਾਂ ਗ੍ਰਸਤੀ ਜਾਂ ਫਿਰ ਸੰਨਿਆਸੀ, ਦੋਵਾਂ ਚੋਂ ਇੱਕੋ ਰਾਹ ਚੁਣਨਾ ਪਵੇਗਾ। ਪਰ ਜਿਸ ਵੇਲੇ ਭੱਟ ਸਾਹਿਬਾਨ ਗਰੀਬ ਨਵਾਜ਼ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੀ ਸਿਧਾਂਤਕ ਵਿਆਖਿਆ ਵਿਚਾਰ ਕਰਦੇ ਨੇ, ਉਹ ਲਿਖਦੇ ਨੇ, ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਆ। ਕਿ ਹੇ ਗੁਰੂ ਨਾਨਕ ਮਹਾਰਾਜ, ਤੁਸਾਂ ਰਾਜ ਤੇ ਜੋਗ ਦੋਵੇਂ ਇਕੱਠੇ ਮਾਣੇ ਨੇ। ਭਾਵ ਸੰਸਾਰ ਦੇ ਅੰਦਰ ਗ੍ਰਸਤੀ ਬਣ ਕੇ ਰਹਿਣਾ, ਸੰਸਾਰ ਦੇ ਪਦਾਰਥਾਂ ਨੂੰ ਵਰਤਣਾ, ਤੇ ਇਹਨਾਂ ਪਦਾਰਥਾਂ ਨੂੰ ਵਰਤਦਿਆਂ ਹੋਇਆਂ, ਸੰਸਾਰ ਦੇ ਅੰਦਰ ਗ੍ਰਸਤੀ ਬਣ ਕੇ ਵਿਚਰਦਿਆਂ ਹੋਇਆਂ, ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਤੁਸਾਂ ਜੋਗ ਵੀ ਕਮਾ ਲਿਆ। ਜੋਗ ਸ਼ਬਦ ਦਾ ਵੈਸੇ ਅਰਥ ਹੁੰਦਾ ਹੈ ਮਿਲਾਪ, ਰੱਬ ਦੇ ਮਿਲਾਪ ਲਈ ਯਤਨਸ਼ੀਲ। ਜਿਨ੍ਹਾਂ ਲੋਕਾਂ ਨੇ ਆਖਿਆ ਵੀ ਅਸੀਂ ਤਾਂ ਘਰ ਪਰਿਵਾਰ ਸਾਰਾ ਕੁਝ ਤਾਂ ਛੱਡਿਆ ਤਾਂ ਕਿ ਸਾਡੀ ਸਾਂਝ ਰੱਬ ਨਾਲ ਬਣ ਸਕੇ, ਇਸ ਕਰਕੇ ਅਸੀਂ ਆਪਣਾ ਨਾਮ ਜੋਗੀ ਰੱਖ ਲਿਆ। ਜਿਹੜੇ ਜੋਗ ਮਿਲਾਪ ਵਾਸਤੇ ਯਤਨ ਕਰ ਰਹੇ ਨੇ ਉਹ ਜੋਗੀ ਹੋ ਗਏ। ਉਹਨਾਂ ਦਾ ਇੱਕ ਵੱਖਰਾ ਫਿਰਕਾ ਬਣ ਗਿਆ, ਵੱਖਰਾ ਮਤ ਬਣ ਗਿਆ। ਉਹਨਾਂ ਨੇ ਗ੍ਰਸਤ ਨੂੰ ਬੁਰਾ ਕਹਿਣਾ ਸ਼ੁਰੂ ਕੀਤਾ। ਗ੍ਰਸਤੀਆਂ ਨੇ ਆਖਿਆ ਵੀ ਜੋਗ ਕਮਾਉਣ ਵਾਸਤੇ, ਮਿਲਾਪ ਦੀ ਅਵਸਥਾ ਹਾਸਲ ਕਰਨ ਵਾਸਤੇ ਘਰ ਪਰਿਵਾਰ ਤੋਂ ਕਿਨਾਰਾ ਕਰਨਾ ਪੈਂਦਾ ਹੈ, ਇਸ ਕਰਕੇ ਇਹ ਸਾਡੇ ਵੱਸ ਦਾ ਕਾਰਜ ਨਹੀਂ। ਪਰ ਜਦੋਂ ਭੱਟ ਸਾਹਿਬਾਨ ਗੁਰੂ ਨਾਨਕ ਮਹਾਰਾਜ ਜੀ ਦੇ ਬਾਰੇ ਕਹਿੰਦੇ ਨੇ, ਉਹ ਕਹਿੰਦੇ ਨੇ ਰਾਜ ਨੂੰ ਤੇ ਜੋਗ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਇਕੱਠਿਆਂ ਮਾਣਿਆ ਹੈ, ਹੰਢਾਇਆ ਹੈ, ਰਾਜ ਵੀ ਤੇ ਜੋਗ ਵੀ। ਐਸੇ ਹੀ ਕੁਝ ਬਚਨ ਗੁਰੂ ਦੇ ਦਰ ਤੋਂ ਸਵਾਰੇ ਭਾਈ ਨੰਦ ਲਾਲ ਜੀ ਵੀ ਲਿਖਦੇ ਹਨ ਗੁਰੂ ਕਲਗੀਧਰ ਸਾਹਿਬ ਜੀ ਬਾਰੇ। ਉਹ ਆਪਣੀਆਂ ਗਜ਼ਲਾਂ ਵਿੱਚ ਲਿਖਦੇ ਨੇ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੁਣ ਬਾਦਸ਼ਾਹ, ਜਿਹੜਾ ਬਾਦਸ਼ਾਹ ਉਹ ਦਰਵੇਸ਼ ਕਿਵੇਂ ਬਣ ਸਕਦਾ? ਜਿਹੜਾ ਦਰਵੇਸ਼ ਹੈ, ਫਕੀਰ ਹੈ, ਰੱਬ ਦੇ ਰਾਹ ਤੇ ਤੁਰਿਆ ਹੋਇਆ, ਉਹਨੇ ਬਾਦਸ਼ਾਹਤ ਤੋਂ ਹਮੇਸ਼ਾ ਕਿਨਾਰਾ ਕਰੀ ਰੱਖਿਆ। ਦੋਵਾਂ ਦੇ ਵਿੱਚ ਜ਼ਮੀਨ ਤੇ ਅਸਮਾਨ ਦਾ ਅੰਤਰ ਰਿਹਾ। ਪਰ ਜਿਸ ਵੇਲੇ ਭੱਟ ਸਾਹਿਬਾਨ ਗੁਰੂ ਨਾਨਕ ਮਹਾਰਾਜ ਜੀ ਬਾਰੇ ਲਿਖਦੇ ਹੋ, ਲਿਖਦੇ ਰਾਜ ਜੋਗ ਜਿਨ ਮਾਣਿਓ। ਜਦੋਂ ਭਾਈ ਨੰਦ ਲਾਲ ਜੀ ਲਿਖਦੇ ਨੇ, ਉਹ ਕਹਿੰਦੇ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਦਰਅਸਲ ਇਹ ਕਿਸੇ ਸਰੀਰ ਦੀ ਗੱਲ ਨਹੀਂ ਹੋ ਰਹੀ, ਇਹ ਸਿਧਾਂਤਕ ਵਿਆਖਿਆ ਹੋ ਰਹੀ ਹੈ। ਜੋ ਸਿੱਖਿਆ, ਜੋ ਅਸੂਲ, ਜਿਹੜਾ ਮਾਰਗ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਉਪਦੇਸ਼ ਸਾਨੂੰ ਦੇ ਰਹੇ ਨੇ ਨਾ, ਉਸ ਦੀ ਵਿਆਖਿਆ ਕਰ ਰਹੇ ਨੇ ਇਹ ਦੋਵੇਂ ਮਹਾਨ ਗੁਰਸਿੱਖ। ਭੱਟ ਕਲਸਾਰ ਜੀ ਵੀ ਉਸੇ ਦੀ ਵਿਆਖਿਆ ਕਰਦੇ ਨੇ, ਭਾਈ ਨੰਦ ਲਾਲ ਜੀ ਵੀ ਉਸੇ ਦੀ ਵਿਆਖਿਆ ਕਰਦੇ ਨੇ। ਜੋ ਬਾਦਸ਼ਾਹ ਹੈ ਉਹ ਦਰਵੇਸ਼ ਨਹੀਂ ਬਣਿਆ। ਦਰਵੇਸ਼ ਬਣਨ ਵਾਸਤੇ ਉਹਨਾਂ ਨੂੰ ਬਾਦਸ਼ਾਹੀਆਂ, ਰਾਜ ਪਦਵੀਆਂ, ਰਾਜ ਮਹਿਲ ਸਾਰਾ ਕੁਝ ਛੱਡਣਾ ਪਿਆ। ਤੇ ਜਿਨ੍ਹਾਂ ਨੇ ਬਾਦਸ਼ਾਹ ਬਣਨਾ, ਉਹਨਾਂ ਦਾ ਦਰਵੇਸ਼ੀ ਨਾਲ ਕੀ ਸੰਬੰਧ ਹੋ ਸਕਦਾ ਹੈ? ਪਰ ਇਹ ਦੋ ਚੀਜ਼ਾਂ ਵੀ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਦੁਨੀਆ ਦੀ ਕਿਰਤਕਾਰ ਕਰਦਿਆਂ, ਸੰਸਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਕੋਈ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਸਕਦਾ ਹੈ, ਉਸ ਨਾਲ ਸਾਂਝ ਬਣਾ ਸਕਦਾ ਹੈ। ਪਰ ਕਿਵੇਂ? ਉਹਦੇ ਲਈ ਇੱਕ ਚੀਜ਼ ਦੀ ਲੋੜ ਹੈ, ਉਹਨੂੰ ਆਖਿਆ ਜਾਂਦਾ ਹੈ ਸਹਿਜ, ਅਡੋਲਤਾ, ਬੈਲੈਂਸ। ਵੀ ਦੋਵਾਂ ਚੀਜ਼ਾਂ 'ਚ ਟਿਕਾਊ ਕਿਵੇਂ ਬਣਾ ਕੇ ਰੱਖਿਆ ਜਾਏ, ਗ੍ਰਸਤ ਵਿੱਚ ਤੇ ਸੰਨਿਆਸ ਵਿੱਚ, ਦੋਵਾਂ ਵਿੱਚ ਟਿਕਾਊ। ਆਪ ਜਦੋਂ ਗਰੀਬ ਨਵਾਜ਼ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਇਹ ਬਚਨ ਪੜ੍ਹਦੇ ਹੋ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ। ਘਰ ਬੈਠਿਆਂ ਜੋਗ ਪਾਈਐ। ਜੋਗ ਨੂੰ ਸਤਿਗੁਰਾਂ ਨੇ ਘਰ ਨਾਲ ਜੋੜ ਦਿੱਤਾ। ਆਖਿਆ ਘਰ ਦੇ ਵਿੱਚ ਬੈਠਿਆਂ, ਭਾਵ ਸੰਸਾਰ ਸਮਾਜ ਵਿੱਚ ਵਿਚਰਦਿਆਂ, ਜੋਗ ਮਿਲਾਪ, ਰੱਬ ਦੇ ਨਾਲ ਸਾਂਝ, ਨੇੜਤਾ, ਸਚਿਆਰਾ ਜੀਵਨ। ਨਾਨਕ ਘਰ ਬੈਠਿਆਂ ਜੋਗ ਪਾਈਐ। ਪਰ ਉਹਦੇ ਲਈ ਇੱਕ ਸ਼ਰਤ ਹੈ।
ਇੱਕ ਸ਼ਰਤ ਪੂਰੀ ਕਰਨੀ ਪਵੇਗੀ। ਉਹ ਕਿਹੜੀ? ਸਤਿਗੁਰ ਕੈ ਉਪਦੇਸ਼। ਜੇ ਗੁਰੂ ਦੀ ਮੱਤ ਕੋਲ ਹੈ, ਸਤਿਗੁਰਾਂ ਦਾ ਉਪਦੇਸ਼ ਕੋਲ ਹੈ, ਤਾਂ ਘਰ ਪਰਿਵਾਰ ਗ੍ਰਸਤੀ ਜੀਵਨ ਵਿੱਚ ਵਿਚਰਦਿਆਂ, ਸਮਾਜ ਵਿੱਚ ਵਿਚਰਦਿਆਂ ਤੁਸੀਂ ਮਿਲਾਪ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹਾਸਲ ਕਰ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ ਇਹ ਸਾਰਾ ਕੁਝ ਛੱਡ ਕੇ ਭੱਜਣ ਦੀ ਲੋੜ ਨਹੀਂ ਪਵੇਗੀ। ਪਰ ਸਤਿਗੁਰੂ ਦਾ ਉਪਦੇਸ਼ ਕੀ ਦਿੰਦਾ ਹੈ? ਸਤਿਗੁਰੂ ਦੀ ਮੱਤ ਸਾਨੂੰ ਕੀ ਦਿੰਦੀ ਹੈ? ਜੋ ਮਹਾਰਾਜ ਨੇ ਬਚਨ ਕੀਤਾ ਵੀ ਨਾਨਕ ਘਰ ਬੈਠਿਆਂ ਜੋਗ ਪਾਈਐ। ਹੁਣ ਜੋਗ ਮੱਤ ਤਾਂ ਇਹ ਵਿਆਖਿਆ ਕਰਦਾ ਵੀ ਘਰ ਛੱਡ ਕੇ ਮਿਲਾਪ ਪਾਇਆ ਜਾ ਸਕਦਾ। ਗੁਰਮੱਤ ਇਹ ਸਿਧਾਂਤ ਬਖਸ਼ਿਸ਼ ਕਰਦੀ ਹੈ ਵੀ ਘਰ ਬੈਠਿਆਂ ਜੋਗ ਪਾਈਐ। ਪਰ ਘਰ ਬੈਠਿਆਂ ਜਿਹੜਾ ਜੋਗ ਪਾਇਆ ਜਾਣਾ ਹੈ, ਮਿਲਾਪ ਪਾਇਆ ਜਾਣਾ ਹੈ ਰੱਬ ਦਾ, ਸੱਚ ਦਾ, ਉਹ ਕਿਵੇਂ ਪਾਇਆ ਜਾਣਾ? ਉਹਦੇ ਲਈ ਇੱਕ ਰਸਤਾ ਹੈ। ਸਤਿਗੁਰ ਕਹੇ ਉਪਦੇਸ਼। ਗੁਰੂ ਦੀ ਮੱਤ ਨਾਲ, ਗੁਰੂ ਦੇ ਉਪਦੇਸ਼ ਨੂੰ ਕਮਾ ਕੇ। ਹੁਣ ਗੁਰੂ ਦੇ ਉਪਦੇਸ਼ ਵਿੱਚ ਐਸੀ ਕਿਹੜੀ ਖਾਸੀਅਤ ਹੈ ਵੀ ਬੰਦਾ ਗ੍ਰਸਤ ਵਿੱਚ ਰਹਿੰਦਿਆਂ, ਘਰ ਵਿੱਚ ਰਹਿੰਦਿਆਂ ਵੀ ਜੋਗ ਪਾ ਸਕਦਾ ਹੈ? ਉਸ ਬਾਤ ਦੀ ਵਿਆਖਿਆ ਧੰਨ ਗੁਰੂ ਅਮਰਦਾਸ ਮਹਾਰਾਜ ਕਰ ਰਹੇ ਨੇ। ਗੁਰ ਬਿਨ ਸਹਿਜ ਨਾ ਉਪਜੈ ਭਾਈ। ਗੁਰੂ ਦੇ ਉਪਦੇਸ਼ ਵਿੱਚ ਅਡੋਲਤਾ ਹੈ। ਅਡੋਲਤਾ। ਸਿੱਧਾ ਨੇ ਪੁੱਛਿਆ ਕਿ ਗ੍ਰਸਤ ਵਿੱਚ ਰਹਿ ਕੇ ਵੀ ਸੱਚ ਨੂੰ ਕਿਵੇਂ ਪਾਇਆ ਜਾ ਸਕਦਾ? ਇਹ ਗੱਲ ਅਚੰਭੇ ਵਾਲੀ ਹੈ, ਹੈਰਾਨੀ ਵਾਲੀ ਹੈ। ਘਰ ਛੱਡੇ ਬਿਨਾਂ, ਝੰਜਟ ਤੋਂ ਮੁਕਤ ਹੋਏ ਬਿਨਾਂ ਸੱਚ, ਰੱਬ, ਧਰਮ, ਇਹ ਚੀਜ਼ਾਂ ਕਮਾਈਆਂ ਨਹੀਂ ਜਾ ਸਕਦੀਆਂ। ਇਹ ਧਰਮ ਦੇ ਸਿਧਾਂਤ ਤੋਂ ਵਿਰੁੱਧ ਗੱਲ ਹੈ। ਗਰੀਬ ਨਵਾਜ ਗੁਰੂ ਨਾਨਕ ਮਹਾਰਾਜ ਉਹਨਾਂ ਨੂੰ ਭਲਾ ਕੀ ਉਦਾਹਰਣ ਦਿੰਦੇ ਨੇ? ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਸਤਿਗੁਰਾਂ ਨੇ ਦੋ ਉਦਾਹਰਨਾਂ ਦਿੱਤੀਆਂ ਨੇ, ਇੱਕ ਮੁਰਗਾਬੀ, ਇੱਕ ਪੰਛੀ ਦੀ, ਇੱਕ ਕਮਲ ਫੁੱਲ ਦੀ। ਕਮਲ ਫੁੱਲ ਆਪਣੀ ਖੁਰਾਕ ਚਿੱਕੜ ਵਿੱਚੋਂ ਲੈਂਦਾ ਹੈ, ਪਰ ਆਪਣੀਆਂ ਪੰਖੜੀਆਂ ਨੂੰ ਚਿੱਕੜ ਦੀ ਸਤ੍ਹਾ ਤੋਂ ਉੱਚਿਆਂ ਰੱਖਦਾ ਹੈ। ਉਹਨਾਂ ਨੂੰ ਚਿੱਕੜ ਦੇ ਵਿੱਚ ਲਿਬੜ ਨਹੀਂ ਦਿੰਦਾ। ਹੁਣ ਕਮਲ ਫੁੱਲ ਨੂੰ ਕਦੇ ਅਸੀਂ ਦੇਖੀਏ, ਖੁਰਾਕ ਸਾਰੀ ਚਿੱਕੜ ਚੋਂ, ਗੰਦੇ ਪਾਣੀ ਚੋਂ ਹੀ ਲੈ ਰਿਹਾ, ਪਰ ਉਹਦੀਆਂ ਪੰਖੜੀਆਂ ਜਿਹੜੀਆਂ ਨੇ ਪਾਣੀ ਦੀ ਸਤ੍ਹਾ ਤੋਂ ਉੱਪਰ ਨੇ, ਉਹ ਚਿੱਕੜ ਵਿੱਚ ਲਿਬੜੀਆਂ ਹੋਈਆਂ ਨਹੀਂ। ਉਹਨਾਂ ਦਾ ਸੁਹੱਪਣ, ਸਰੂਪ, ਸੁੰਦਰਤਾ ਜਿਉਂ ਦੀ ਤਿਉਂ ਬਰਕਰਾਰ ਹੈ। ਮੁਰਗਾਬੀ ਇੱਕ ਐਸਾ ਪੰਛੀ ਹੈ ਜਿਹੜਾ ਪਾਣੀ ਦੇ ਉੱਤੇ ਤੈਰਦਾ ਹੈ, ਤੇ ਜਦੋਂ ਉਹਨੂੰ ਜ਼ਰੂਰਤ ਪੈਂਦੀ ਹੈ ਉਹ ਆਕਾਸ਼ ਵਿੱਚ ਵੀ ਉੱਡ ਲੈਂਦਾ, ਕਿਉਂਕਿ ਉਹ ਆਪਣੇ ਪੰਖਾਂ ਨੂੰ, ਜਦੋਂ ਪਾਣੀ ਦੇ ਉੱਤੇ ਤੈਰਦਾ ਮੁਰਗਾਬੀ ਪੰਛੀ, ਤਾਂ ਉਸ ਵੇਲੇ ਆਪਣੇ ਪੰਖਾਂ ਨੂੰ ਆਪਣੇ ਜਿਸਮ ਦੇ ਨਾਲ ਘੁੱਟ ਕੇ ਜੋੜ ਲੈਂਦਾ, ਅੰਦਰੋਂ ਆਪਣੇ ਖੰਭਾਂ ਨੂੰ ਭਿੱਜਣ ਨਹੀਂ ਦਿੰਦਾ। ਇਸ ਕਰਕੇ ਜਦੋਂ ਉਹਨੂੰ ਉੱਡਣ ਦੀ ਲੋੜ ਪਵੇ ਉੱਡ ਵੀ ਲੈਂਦਾ, ਜਦੋਂ ਉਹਨੂੰ ਪਾਣੀ ਤੇ ਤਰਨ ਦੀ ਲੋੜ ਪਵੇ ਪਾਣੀ ਤੇ ਵੀ ਤੈਰ ਲੈਂਦਾ। ਹਜ਼ੂਰ ਨੇ ਇਹ ਦੋ ਉਦਾਹਰਨਾਂ ਉਚੇਚੇ ਰੂਪ ਵਿੱਚ ਸਾਨੂੰ ਸਮਝਾਉਣ ਵਾਸਤੇ ਵਰਤੀਆਂ ਹਨ। ਗਰੀਬ ਨਵਾਜ ਮਹਾਰਾਜ ਆਖਦੇ ਜਿਵੇਂ ਕਮਲ ਫੁੱਲ ਆਪਣੀਆਂ ਪੰਖੜੀਆਂ ਨੂੰ ਚਿੱਕੜ ਚੋਂ ਖੁਰਾਕ ਲੈਂਦਿਆਂ ਹੋਇਆਂ ਵੀ ਉਹਦੀਆਂ ਪੰਖੜੀਆਂ ਪਾਣੀ ਦੀ ਸਤ੍ਹਾ ਤੋਂ ਉੱਪਰ ਨੇ, ਅਭਿੱਜ ਨੇ। ਜਿਵੇਂ ਮੁਰਗਾਬੀ ਪੰਛੀ ਦੇ ਖੰਭ ਜਿਹੜੇ ਨੇ ਅੰਦਰੋਂ ਸੁੱਕੇ ਹੋਏ ਨੇ, ਪਾਣੀ ਤੋਂ ਅਭਿੱਜ ਨੇ, ਉਹ ਖੁੱਲ੍ਹੇ ਅਸਮਾਨ ਵਿੱਚ ਉੱਡਣ ਦੀ ਤਾਕਤ ਬਚਾ ਕੇ ਰੱਖਦਾ ਹੈ। ਇਸੇ ਤਰ੍ਹਾਂ ਸੰਸਾਰ, ਸਮਾਜ, ਦੁਨੀਆ ਦੀ ਕਿਰਤਕਾਰ, ਦੁਨੀਆ ਦੀਆਂ ਜ਼ਿੰਮੇਵਾਰੀਆਂ, ਸੰਸਾਰਕ ਰਿਸ਼ਤੇ, ਨਾਤੇ, ਸੰਬੰਧ, ਇਹ ਸਭ ਨਿਭਾਉਂਦਿਆਂ ਹੋਇਆਂ ਵੀ ਆਪਣੀ ਸੁਰਤ ਨੂੰ ਮਨੁੱਖ ਅਭਿੱਜ ਰੱਖੇ, ਭਿੱਜਣ ਨਾ ਦੇਵੇ ਲੋਭ ਵਿੱਚ, ਮੋਹ ਵਿੱਚ। ਮੈਂ ਬੇਨਤੀ ਕਰਾਂ, ਧਰਮ ਦੇ ਨਾਲੋਂ ਸੰਬੰਧ ਬੰਦੇ ਦਾ ਘਰ ਕਰਕੇ ਨਹੀਂ ਟੁੱਟਦਾ, ਪਰਿਵਾਰ ਕਰਕੇ ਨਹੀਂ ਟੁੱਟਦਾ। ਮਨੁੱਖ ਦਾ ਸੰਬੰਧ ਸੱਚ ਨਾਲੋਂ, ਰੱਬ ਨਾਲੋਂ, ਭਗਤੀ ਨਾਲੋਂ ਉਦੋਂ ਟੁੱਟਦਾ ਹੈ ਜਦੋਂ ਸੁਰਤ ਵਿੱਚ ਲੋਭ ਆਉਂਦਾ ਹੈ, ਜਦੋਂ ਸੁਰਤ ਵਿੱਚ ਹਵਸ ਆਉਂਦੀ ਹੈ, ਜਦੋਂ ਸੁਰਤ ਵਿੱਚ ਲੁੱਟ ਖਾਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਜਦੋਂ ਸੁਰਤ ਦੇ ਅੰਦਰ ਦੁਰਮਤ ਦੀ ਮੈਲ ਲੱਗਦੀ। ਘਰ ਕਰਕੇ ਸੰਬੰਧ ਨਹੀਂ ਟੁੱਟਦਾ ਰੱਬ ਨਾਲੋਂ, ਨਾ ਪਰਿਵਾਰ ਕਰਕੇ ਟੁੱਟਦਾ, ਨਾ ਇਸਤਰੀ ਕਰਕੇ ਟੁੱਟਦਾ, ਨਾ ਬੱਚਿਆਂ ਕਰਕੇ ਟੁੱਟਦਾ, ਨਾ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਟੁੱਟਦਾ, ਨਾ ਕੁਝ ਪਹਿਨਦਿਆਂ, ਨਾ ਭੋਜਨ ਛਕਦਿਆਂ ਟੁੱਟਦਾ। ਤਾਈਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਫਰਮਾਇਆ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਪੂਰੀ ਜੁਗਤ ਆ ਜਾਂਦੀ ਹੈ, ਸਤਿਗੁਰੂ ਨੂੰ ਮਿਲ ਲਈਏ, ਸਤਿਗੁਰੂ ਨਾਲ ਮਿਲਾਪ ਹੋ ਜਾਏ ਤਾਂ ਇਹ ਜੁਗਤ ਹਾਸਲ ਹੋ ਜਾਂਦੀ ਹੈ, ਮੁਕੰਮਲ ਜੁਗਤ। ਕਿਹੜੀ? ਹੱਸੰਦਿਆਂ, ਖੇਲੰਦਿਆਂ, ਪਹਿਨੰਦਿਆਂ,
ਖਾ ਬੰਦਿਆਂ ਵਿੱਚੇ ਹੋਵੈ ਮੁਕਤ। ਦੁਨੀਆ ਦੇ ਵਿੱਚ ਹੱਸਦਿਆਂ ਖੇਡਦਿਆਂ ਭਾਵ ਦੁਨੀਆ ਦੇ ਪਦਾਰਥਾਂ ਦਾ ਖੇੜਾ ਮਾਣਦੇ ਆ, ਰਸ ਮਾਣਦੇ ਆ, ਪਹਿਨਦਿਆਂ ਹੋਇਆਂ ਖਾਂਦਿਆਂ ਹੋਇਆਂ ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵਿੱਚੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਰਹਿ ਕੇ ਵੀ ਹੋਵੇ ਮੁਕਤ। ਮਨੁੱਖ ਮੁਕਤ ਹੋ ਸਕਦਾ ਹੈ, ਮਾਇਆ ਦੇ ਪ੍ਰਭਾਵ ਤੋਂ ਰਹਿਤ ਰਹਿ ਸਕਦਾ ਹੈ, ਪਰ ਸ਼ਰਤ ਇਹੋ ਹੀ ਹੈ ਨਾ। ਹੁਣ ਉੱਥੇ ਵੀ ਸ਼ਰਤ ਇਹੋ ਹੀ ਸੀ, ਸਤਿਗੁਰੂ ਕੈ ਉਪਦੇਸ਼, ਇੱਥੇ ਵੀ ਸ਼ਰਤ ਇਹੋ ਹੀ ਹੈ, ਨਾਨਕ ਸਤਿਗੁਰ ਭੇਟੇ ਪੂਰੀ ਹੋਵੇ ਜੁਗਤ। ਤੀਸਰਾ ਪ੍ਰਮਾਣ ਮਹਾਰਾਜ ਆਪਣੀ ਮੁਬਾਰਕ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ। ਘਰ ਪਰਿਵਾਰ ਵਿੱਚ ਰਹਿੰਦਿਆਂ ਵੀ ਉੱਚੀ ਆਤਮਿਕ ਅਵਸਥਾ ਨੂੰ ਜੀਵ ਪ੍ਰਾਪਤ ਕਰ ਸਕਦਾ ਹੈ, ਹਾਸਲ ਕਰ ਸਕਦਾ ਹੈ। ਇਹਦਾ ਭਾਵ ਇਹ ਹੈ ਵੀ ਸੱਚ ਨਾਲੋਂ ਸਾਂਝ ਇਸਤਰੀ ਕਰਕੇ, ਬੱਚਿਆਂ ਕਰਕੇ, ਘਰ ਕਰਕੇ, ਕਿਰਤ ਕਰਕੇ ਨਹੀਂ ਟੁੱਟਦੀ। ਕਿਹੜੀ ਚੀਜ਼ ਕਰਕੇ ਸਾਂਝ ਟੁੱਟਦੀ ਹੈ? ਜਦੋਂ ਸੁਰਤ ਵਿੱਚ ਮੋਹ ਆ ਗਿਆ, ਲੋਭ ਆ ਗਿਆ, ਹਵਸ ਆ ਗਈ, ਔਗਣ ਆ ਗਿਆ। ਤਾਈਓ ਗੁਰੂ ਨੇ ਬਾਣੀ ਦੇ ਵਿੱਚ ਆਖਿਆ, ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜ਼ੀਰ। ਹਜ਼ੂਰ ਨੇ ਆਖਿਆ ਜਿੰਨੇ ਔਗਣ ਆ ਜਾਣਗੇ ਨਾ ਜੀਵਨ 'ਚ, ਔਗਣਾਂ ਨੂੰ ਸਮਝੋ ਵੀ ਜੰਜ਼ੀਰਾਂ ਨੇ ਗਲ ਵਿੱਚ ਪਈਆਂ ਹੋਈਆਂ। ਬੰਦਾ ਜਕੜਿਆ ਜਾਂਦਾ। ਹੁਣ ਕਿਸੇ ਬੰਦੇ ਦੇ ਹੱਥ ਬੰਨ੍ਹ ਦਿੱਤੇ ਜਾਣ, ਪੈਰ ਬੰਨ੍ਹ ਦਿੱਤੇ ਜਾਣ, ਜੰਜ਼ੀਰਾਂ 'ਚ ਜਕੜ ਦਿੱਤਾ ਜਾਏ ਤੇ ਫਿਰ ਉਹਦੇ ਸਾਹਮਣੇ ਇਹ ਸ਼ਰਤ ਰੱਖੀ ਜਾਏ ਵੀ ਤੂੰ ਬਹੁਤ ਤੇਜ਼ ਦੌੜਨਾ ਹੈ। ਕਮਾਲ ਦੀ ਬਾਤ ਹੈ ਨਾ, ਜਿਹੜੇ ਬੰਦੇ ਦਾ ਸਰੀਰ ਜਕੜਿਆ ਹੋਇਆ ਹੈ, ਬੰਨਿਆ ਹੋਇਆ ਹੈ, ਉਹ ਕਿਵੇਂ ਦੌੜ ਸਕਦਾ ਹੈ? ਔਗਣਾਂ ਦੇ ਵਿੱਚ ਜਿਹੜਾ ਜਕੜਿਆ ਹੋਇਆ ਹੈ ਸੁਰਤ ਕਰਕੇ, ਜਿਹਦੀ ਸੁਰਤ ਦੇ ਉੱਤੇ ਔਗਣਾਂ ਨੇ ਆਪਣਾ ਪ੍ਰਭਾਵ ਪਾ ਲਿਆ, ਔਗਣਾਂ ਕਰਕੇ ਵੱਜ ਗਿਆ ਨਾ ਬੰਦਾ ਸੁਰਤ ਵਿੱਚ। ਤੇ ਜਿਹੜੀ ਸੁਰਤ ਔਗਣਾਂ ਵਿੱਚ ਵੱਜ ਗਈ ਹੈ, ਉਹ ਬੰਦਾ ਪਰਮਾਰਥ ਦਾ, ਧਰਮ ਦਾ, ਸੱਚ ਦਾ ਪੈਂਡਾ ਕਿਵੇਂ ਤੈਅ ਕਰ ਸਕਦਾ? ਉਹ ਤੁਰ ਨਹੀਂ ਸਕਦਾ। ਇਸ ਕਰਕੇ ਗਰੀਬ ਨਵਾਜ ਆਖਦੇ ਨੇ ਸੁਰਤ ਨੂੰ ਮੁਕਤ ਕਰਨਾ ਹੈ, ਤੇ ਸੁਰਤ ਨੂੰ ਮੁਕਤ ਕਰਨਾ ਹੈ ਔਗਣ ਤੋਂ, ਵਿਕਾਰ ਤੋਂ। ਜਦੋਂ ਔਗਣ ਤੇ ਵਿਕਾਰ ਤੋਂ ਸੁਰਤ ਮੁਕਤ ਹੋ ਜਾਂਦੀ ਹੈ, ਫਿਰ ਇਹ ਪੈਂਡਾ ਤੈਅ ਕਰਨ ਜੋਗੀ ਹੁੰਦੀ ਹੈ, ਫਿਰ ਇਹ ਸੱਚ ਨਾਲ ਜੁੜਨ ਜੋਗੀ ਹੁੰਦੀ ਹੈ। ਇਸ ਕਰਕੇ ਗਰੀਬ ਨਵਾਜ ਮਹਾਰਾਜ ਨੇ ਮੁਕਤੀ ਮਰਨ ਤੋਂ ਬਾਅਦ ਨਹੀਂ, ਮੁਕਤੀ ਦਾ ਸੰਬੰਧ ਜੀਵਨ ਨਾਲ ਦੱਸਿਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਮਹਾਰਾਜ ਨੇ ਮਰਨ ਮੁਕਤੀ ਦੀ ਬਾਤ ਨਹੀਂ ਕੀਤੀ ਹੈ, ਬਲਕਿ ਇਸ ਜੀਵਨ ਮੁਕਤੀ ਦੀ ਗੱਲ ਕੀਤੀ ਹੈ। ਮਰਨ ਮੁਕਤ ਦੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਇਸ ਰੂਪ ਵਿੱਚ ਕਰਦੇ ਨੇ, ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਮੁਕਤੀ ਕਿਹਨੇ ਲੱਭੀ ਹੈ? ਜਾਂ ਫਿਰ ਸਤਿਗੁਰੂ ਜੀ ਐਸਾ ਬਚਨ ਬਾਣੀ ਦੇ ਵਿੱਚ ਕਰਦੇ ਹਨ ਜਿੱਥੇ ਹਜ਼ੂਰ ਆਖਦੇ ਨੇ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਈ ਦਾ। ਕਿ ਉਸ ਮੁਕਤੀ ਨੂੰ ਕੌਣ ਜਾਣਦਾ ਹੈ ਜਿਹੜਾ ਮਰਨ ਤੋਂ ਬਾਅਦ ਮਿਲੇ? ਸੋ ਮੈਨੂੰ ਚਾਹੀਦੀ ਹੈ ਜੀਵਨ ਮੁਕਤੀ, ਤੇ ਜੀਵਨ ਮੁਕਤੀ ਦਾ ਸੰਬੰਧ ਹੈ ਸੁਰਤ ਨਾਲ। ਕਿ ਸੁਰਤ ਦੇ ਵਿੱਚੋਂ ਔਗਣ, ਵਿਕਾਰ, ਮਨ ਦੇ ਉੱਤੇ ਦੁਰਮਤ ਦਾ ਜੋ ਪ੍ਰਭਾਵ ਹੈ ਉਹ ਖਤਮ ਹੋ ਜਾਏ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਸਮਝੋ ਕਿ ਜੀਵਨ ਵਿੱਚ ਮੁਕਤੀ ਦੀ ਅਵਸਥਾ ਹਾਸਲ ਕਰ ਲਈ ਹੈ ਮਨੁੱਖ ਨੇ। ਕਿਉਂਕਿ ਮੁਕਤੀ ਦੀ ਗੱਲ ਤਦੋਂ ਫੱਬਦੀ ਹੈ ਜੇ ਮਨੁੱਖ ਨੂੰ ਬੰਧਨ ਦੀ ਸਮਝ ਆ ਜਾਏ ਵੀ ਬੰਧਨ ਕੀ ਹੈ। ਪਰ ਕਹਿਣ ਵਾਸਤੇ ਤਾਂ ਅਸੀਂ ਸਾਰੇ ਹੀ ਆਖਦੇ ਹਾਂ ਵੀ ਸਾਨੂੰ ਮੁਕਤੀ ਚਾਹੀਦੀ ਹੈ, ਸਾਨੂੰ ਕਲਿਆਣ ਚਾਹੀਦਾ ਹੈ, ਪਰ ਮੁਕਤੀ ਕਿਹੜੀ ਚੀਜ਼ ਤੋਂ ਚਾਹੀਦੀ ਹੈ ਇਹ ਗੱਲ ਵੀ ਵਿਚਾਰਨ ਵਾਲੀ ਹੈ। ਹੁਣ ਬੰਧਨ ਦਾ ਪਤਾ ਨਹੀਂ ਵੀ ਬੰਧਨ ਕੀ ਹੈ, ਤੇ ਮੁਕਤੀ ਚਾਹੀਦੀ ਹੈ। ਸਤਿਗੁਰੂ ਆਖਦੇ ਤੈਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਵੀ ਮੁਕਤੀ ਤਾਂ ਮੰਗ ਰਿਹਾ, ਪਰ ਮੁਕਤੀ ਨੂੰ ਮੰਗਣ ਵਾਸਤੇ ਤੈਨੂੰ ਇਸ ਗੱਲ ਦਾ ਪਤਾ ਹੈ ਵੀ ਬੰਧਨ ਕੀ ਹੈ, ਕਿਹੜੀ ਚੀਜ਼ ਤੋਂ ਤੈਨੂੰ ਮੁਕਤੀ ਚਾਹੀਦੀ ਹੈ। ਇਸ ਉਲਝਣ ਦਾ ਹੱਲ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ। ਮਹਾਰਾਜ ਕਹਿੰਦੇ ਜੀ ਕਾ ਬੰਧਨ ਕਰਮ ਵਿਆਪੈ। ਸਾਨੂੰ ਮੰਦੇ ਅਮਲਾਂ ਦਾ ਬੰਧਨ ਹੈ, ਔਗਣਾਂ ਦਾ ਬੰਧਨ ਹੈ, ਵਿਕਾਰਾਂ ਦਾ ਬੰਧਨ ਹੈ, ਦੁਰਮਤ ਦਾ ਬੰਧਨ ਹੈ, ਕੀਤੇ ਮੰਦੇ ਸੰਸਕਾਰਾਂ ਦਾ ਬੰਧਨ ਹੈ। ਇਹ ਬੰਧਨ ਟੁੱਟਣਾ ਹੈ, ਇਹਦੇ ਤੋਂ ਹੀ ਮੁਕਤ ਹੋਣਾ ਹੈ। ਔਰ ਇਹ ਮੁਕਤੀ ਦਾ ਸੰਬੰਧ ਜਿਹੜਾ ਹੈ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਮਰਨ ਤੋਂ ਬਾਅਦ ਨਹੀਂ, ਮਰਨ ਤੋਂ ਪਹਿਲਾਂ ਹੈ। ਇਸ ਮੁਕਤੀ ਦਾ ਸੰਬੰਧ ਇਸ ਜੀਵਨ ਨੂੰ ਜਿਉਂਦਿਆਂ ਹੋਇਆ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਇਹ ਬਚਨ ਕਰਦੇ ਨੇ, ਮੁਕਤ ਬਪੁੜੀ ਭੀ ਗਿਆਨੀ ਤਿਆਗੀ। ਮਰਨ ਤੋਂ ਬਾਅਦ ਦੀ ਮੁਕਤੀ ਦੀ ਬਾਤ
ਜਿਹੜਾ ਰੱਬ ਦੀ ਸੂਝ ਵਾਲਾ ਹੈ ਛੱਡ ਦਿੰਦਾ ਹੈ। ਇਸ ਜੀਵਨ ਦੀ ਮੁਕਤੀ ਬਾਰੇ ਸੋਚਦਾ ਹੈ ਵੀ ਹੁਣ ਕਿਹੜਾ ਬੰਧਨ ਹੈ, ਇਸ ਬੰਧਨ ਤੋਂ ਕਿਵੇਂ ਮੁਕਤ ਹੋਇਆ ਜਾਏ, ਕਿਵੇਂ ਆਜ਼ਾਦ ਹੋਇਆ ਜਾਏ। ਤਾਂ ਉਹੀ ਸੁਰਤ ਔਗਣ ਤੋਂ ਗੁਣ ਵਾਲੇ ਪਾਸੇ ਨੂੰ, ਅਧਰਮ ਤੋਂ ਧਰਮ ਵਾਲੇ ਪਾਸੇ ਨੂੰ ਜਾ ਸਕਦੀ ਹੈ, ਜਿਹਨੂੰ ਬੰਧਨ ਕੋਈ ਨਹੀਂ। ਜਿਹਦੇ ਬੰਧਨ ਛੁੱਟ ਜਾਣ ਉਹੀ ਪੈਂਡਾ ਤੈਅ ਕਰ ਸਕਦਾ ਹੈ। ਇਸ ਕਰਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਇਹ ਅਡੋਲਤਾ ਵੀ ਜਾਂ ਤਾਂ ਮਨੁੱਖ ਨਾ ਤਾਂ ਲੋਭੀ ਹੋਵੇ ਤੇ ਨਾ ਹੀ ਸਾਰਾ ਕੁਝ ਛੱਡ ਕੇ ਭੀਖ ਮੰਗਣਾ ਸ਼ੁਰੂ ਕਰ ਦੇਵੇ। ਇਹਦੇ ਵਾਸਤੇ ਸਾਨੂੰ ਕਿਹੜੀ ਚੀਜ਼ ਦੀ ਲੋੜ ਪਏਗੀ? ਜੇ ਮਨੁੱਖ ਨੇ ਲੁੱਟਣਾ ਨਹੀਂ ਕਿਸੇ ਨੂੰ, ਤੇ ਜੇ ਮਨੁੱਖ ਨੇ ਭੀਖ ਨਹੀਂ ਮੰਗਣੀ ਕਿਸੇ ਕੋਲੋਂ, ਤਾਂ ਫਿਰ ਸਾਨੂੰ ਵਿਚਕਾਰਲਾ ਰਸਤਾ ਚੁਣਨਾ ਪਵੇਗਾ ਨਾ। ਉਹਨੂੰ ਅਸੀਂ ਕਹਿੰਦੇ ਹਾਂ ਆਤਮਿਕ ਅਡੋਲਤਾ। ਅਡੋਲਤਾ, ਸਹਿਜ, ਬੈਲੈਂਸ, ਕਿ ਨਾ ਤਾਂ ਬੰਦਾ ਲੁੱਟ ਰਿਹਾ ਨਾ ਭੀਖ ਮੰਗ ਰਿਹਾ। ਜਾਂ ਤਾਂ ਦੁਨੀਆ 'ਚ ਲੁੱਟ ਹੋ ਰਹੀ ਹੈ ਤੇ ਜਾਂ ਫਿਰ ਇੱਕ ਦੂਜੇ ਕੋਲੋਂ ਹੱਥ ਅੱਡ ਕੇ ਮੰਗਿਆ ਜਾ ਰਿਹਾ। ਕਿਉਂਕਿ ਅਸੀਂ ਸਮਝਦੇ ਹਾਂ ਵੀ ਵਿਚਲਾ ਤਾਂ ਕੋਈ ਰਸਤਾ ਹੋ ਹੀ ਨਹੀਂ ਸਕਦਾ, ਪਰ ਗੁਰਮਤਿ ਕਹਿੰਦੀ ਵਿਚਲਾ ਰਸਤਾ ਹੋ ਸਕਦਾ ਧਰਮ ਦੀ ਕਿਰਤ ਦਾ। ਬੰਦਾ ਆਪਣੀ ਧਰਮ ਦੀ ਕਿਰਤ ਕਰੇ, ਨਾ ਕਿਸੇ ਦਾ ਹੱਕ ਮਾਰੇ, ਨਾ ਕਿਸੇ ਨੂੰ ਹੱਕ ਮਾਰਨ ਦੇਵੇ, ਨਾ ਕਿਸੇ ਕੋਲੋਂ ਲੁੱਟੇ, ਨਾ ਕਿਸੇ ਕੋਲੋਂ ਮੰਗੇ। ਆਪਣੇ ਹੱਕ ਦੀ ਕਮਾਈ ਜਦੋਂ ਕਰਦਾ ਹੈ ਮਨੁੱਖ, ਇਹਨੂੰ ਆਖਿਆ ਸਹਿਜ। ਇਹਨੂੰ ਕਿਹਾ ਸਹਿਜ। ਨਾ ਸਾਰਾ ਕੁਝ ਛੱਡ ਕੇ ਬੰਦਾ ਜੰਗਲਾਂ ਪਹਾੜਾਂ ਵਿੱਚ ਭਟਕੇ, ਜਿਹਨੂੰ ਅਖੌਤੀ ਸੰਨਿਆਸ ਕਹਿੰਦੇ ਨੇ, ਸੰਨਿਆਸ ਲਵੇ, ਤੇ ਨਾ ਗ੍ਰਸਥ ਵਿੱਚ ਰਹਿੰਦੇ ਹੋਇਆਂ ਚੋਰੀ, ਬੇਈਮਾਨੀ, ਠੱਗੀ ਦਾ ਸਹਾਰਾ ਲਵੇ। ਆਪੇ ਹੀ ਬੈਲੈਂਸ ਹੋ ਗਿਆ ਜੀਵਨ ਦਾ, ਅਡੋਲਤਾ ਹੋ ਗਈ ਕਿ ਨਾ ਬੰਦਾ ਲੋਭ ਵਿੱਚ ਡਿੱਗ ਰਿਹਾ, ਨਾ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ। ਜ਼ਿੰਮੇਵਾਰੀਆਂ ਵੀ ਨਿਭਾ ਰਿਹਾ, ਪਰ ਲੋਭ ਤੇ ਮੋਹ ਤੋਂ ਮੁਕਤ ਹੋ ਕੇ ਨਿਭਾ ਰਿਹਾ ਹੈ, ਹਵਸ ਤੋਂ ਮੁਕਤ ਹੋ ਕੇ ਨਿਭਾ ਰਿਹਾ ਹੈ। ਉਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆਖਦੀ ਹੈ ਵੀ ਇਹਨੇ ਘਰ ਬੈਠਿਆਂ ਜੋਗ ਪਾ ਲਿਆ। ਇਹਨੇ ਘਰ ਪਰਿਵਾਰ, ਸਮਾਜ, ਦੁਨੀਆਦਾਰੀ ਵਿੱਚ ਵਿਚਰਦਿਆਂ ਹੋਇਆਂ ਸੱਚ ਲੱਭ ਲਿਆ। ਇਸ ਕਰਕੇ ਸਤਿਗੁਰੂ ਆਖਦੇ ਵੀ ਸੱਚ ਕੱਲਾ ਜੰਗਲਾਂ ਵਿੱਚ, ਪਹਾੜਾਂ ਵਿੱਚ ਨਹੀਂ, ਸੱਚ ਤਾਂ ਤੇਰੇ ਅੰਦਰ ਵੀ ਹੁੰਦਾ। ਗੱਲ ਤਾਂ ਉਸ ਨੂੰ ਖੋਜਣ ਤੇ ਉਸ ਨੂੰ ਲੱਭਣ ਦੀ ਹੈ, ਉਸ ਨੂੰ ਪਾਉਣ ਦੀ ਹੈ। ਹੁਣ ਜਦੋਂ ਭੱਟ ਸਾਹਿਬਾਨ ਗੁਰੂ ਨਾਨਕ ਮਹਾਰਾਜ ਜੀ ਨੂੰ ਰਾਜ ਤੇ ਜੋਗ ਜਿਨ ਮਾਣਿਓ ਇਹ ਸ਼ਬਦ ਵਰਤਦੇ ਨੇ, ਭਾਈ ਨੰਦ ਲਾਲ ਜੀ ਜਿਸ ਵੇਲੇ ਕਲਗੀਧਰ ਸਾਹਿਬ ਜੀ ਬਾਰੇ ਬਾਦਸ਼ਾਹ, ਦਰਵੇਸ਼ ਦੋਵੇਂ ਸ਼ਬਦ ਇਕੱਠੇ ਵਰਤਦੇ ਨੇ ਵੀ ਫਕੀਰ ਵੀ ਤੁਸੀਂ ਰੱਜ ਕੇ ਹੋ, ਬਾਦਸ਼ਾਹਤ ਵੀ ਤੁਸੀਂ ਮਾਣ ਰਹੇ ਹੋ। ਤਾਂ ਇਸ ਦਾ ਭਾਵ ਇਹੀ ਹੈ, ਇੱਕ ਸਿਧਾਂਤਕ ਜੀਵਨ ਦੀ ਵਿਆਖਿਆ ਹੈ ਕਿ ਜਿਹੜਾ ਸਿਧਾਂਤ ਗੁਰੂ ਨੇ ਦਿੱਤਾ ਨਾ, ਨਾਨਕ ਘਰ ਬੈਠਿਆਂ ਜੋਗ ਪਾਈਐ, ਉਸ ਸਿਧਾਂਤ ਦੀ ਵਿਆਖਿਆ ਜੋ ਗੁਰੂ ਸਾਹਿਬ ਨੇ ਜੀਵਿਆ ਹੈ ਉਹਦੀ ਵਿਆਖਿਆ ਹੋ ਰਹੀ ਹੈ ਵੀ ਇਵੇਂ ਸੰਸਾਰ ਵਿੱਚ ਰਹਿੰਦਿਆਂ। ਹੁਣ ਖਿਆਲ ਕਰਨਾ, ਜੇ ਭਲਾ ਬਾਦਸ਼ਾਹ ਦਰਵੇਸ਼ ਬਿਰਤੀ ਦਾ ਹੋ ਜਾਏ ਤਾਂ ਕਿਤੇ ਲੁੱਟ ਖਸੁੱਟ, ਜ਼ੁਲਮ, ਅਤਿਆਚਾਰ, ਪਾਪ ਕਿਸੇ ਰਾਜ, ਕਿਸੇ ਸਟੇਟ ਵਿੱਚ ਹੋ ਸਕਦਾ ਹੈ। ਤੇ ਜੇ ਦਰਵੇਸ਼ ਆਪਣੇ ਫਰਜ਼ ਸਮਝ ਲਵੇ ਸੰਸਾਰ ਪ੍ਰਤੀ, ਗ੍ਰਸਥ ਪ੍ਰਤੀ, ਦੁਨੀਆਦਾਰੀ ਪ੍ਰਤੀ, ਤਾਂ ਸੁਭਾਵਕ ਹੈ ਇਸ ਦੁਨੀਆ 'ਚੋਂ ਨਾ ਤਾਂ ਕੋਈ ਮੰਗਣ ਵਾਲਾ ਰਹੇਗਾ ਤੇ ਨਾ ਕੋਈ ਲੁੱਟਣ ਵਾਲਾ ਰਹੇਗਾ। ਹਰ ਬੰਦਾ ਆਪਣਾ ਹੱਕ ਜੀ ਰਿਹਾ ਹੈ। ਜਿਹੜੇ ਮਨੁੱਖ ਦੇ ਹਕੂਕ ਨੇ, ਅਧਿਕਾਰ ਨੇ, ਉਹਨਾਂ ਨੂੰ ਹੰਢਾ ਰਿਹਾ ਹੈ। ਪਰ ਅੱਜ ਤੱਕ ਇਸ ਸਿਧਾਂਤ ਨੂੰ, ਅੱਜ ਤੱਕ ਗੁਰਮਤਿ ਦੇ ਇਸ ਅਸੂਲ ਦੀ ਜੋ ਸਹੀ ਵਿਆਖਿਆ ਹੈ ਉਹ ਨਹੀਂ ਹੋ ਸਕੀ। ਇਸ ਕਰਕੇ ਸਾਡੇ ਵਿੱਚ ਵੀ ਇਹ ਚੀਜ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦੁੱਤੀ ਖਜ਼ਾਨਾ ਹੁੰਦਿਆਂ, ਬਾਣੀ ਦੀ ਅਦੁੱਤੀ ਦਾਤ ਸਾਡੇ ਕੋਲ ਹੁੰਦਿਆਂ, ਸਾਡੀ ਵੀ ਅਵਸਥਾ ਜਿਹੜੀ ਹੈ ਦੁਨੀਆ ਨਾਲੋਂ ਕੋਈ ਵੱਖਰੀ ਨਹੀਂ ਹੈ। ਅਸੀਂ ਵੀ ਉੱਥੇ ਹੀ ਖੜੇ ਹਾਂ, ਜਾਂ ਤਾਂ ਮੰਗਣ ਵਾਲੀ ਬਿਰਤੀ ਹੈ ਤੇ ਜਾਂ ਲੁੱਟਣ ਵਾਲਾ ਸੁਭਾਅ ਹੈ। ਉਹ ਬੈਲੈਂਸ ਵਾਲਾ ਜੀਵਨ ਜਿਹੜਾ ਹੈ ਨਾ, ਵੀ ਚਾਹੇ ਮਨੁੱਖ, ਜਿਹੜਾ ਮਨੁੱਖ ਸੰਸਾਰ ਦੇ ਅੰਦਰ ਵਿਚਰਦਾ ਹੈ, ਗੁਰੂ ਗਰੀਬ ਨਵਾਜ ਬਾਣੀ ਦੇ ਵਿੱਚ ਆਖਦੇ ਵੀ ਉਹ ਆਪਣੇ ਹੱਕਾਂ ਨੂੰ ਜੀਵੇ, ਨਾ ਕਿਸੇ ਦਾ ਹੱਕ ਮਾਰੇ, ਨਾ ਕਿਸੇ ਨੂੰ ਹੱਕ ਮਾਰਨ ਦੇਵੇ, ਨਾ ਉਹ ਭੀਖ ਮੰਗਦਾ ਹੈ, ਨਾ ਲੁੱਟ ਕੇ ਖਾਂਦਾ ਹੈ। ਜਿਹੜਾ ਲੁੱਟ ਕੇ ਨਹੀਂ ਖਾਵੇਗਾ, ਭੀਖ ਨਹੀਂ ਮੰਗੇਗਾ, ਉਹ ਆਪਣੇ ਹੱਕਾਂ ਨੂੰ ਜੀਵੇਗਾ। ਜਿਹੜਾ ਭੀਖ ਮੰਗਦਾ ਉਹ ਵੀ ਆਪਣੇ ਹੱਕ ਛੱਡਦਾ ਹੈ, ਜਿਹੜਾ ਲੁੱਟ ਕੇ ਖਾਂਦਾ ਉਹ ਹੱਕ ਮਾਰਦਾ ਹੈ। ਫਿਰ ਧਿਆਨ ਦੇਣਾ ਇਸ ਨੁਕਤੇ ਵੱਲ, ਜਿਹੜਾ ਮਨੁੱਖ ਲੁੱਟ ਕੇ ਖਾਂਦਾ ਹੈ ਉਹ ਦੂਜੇ ਦਾ ਹੱਕ ਮਾਰਦਾ ਹੈ, ਜਿਹੜਾ ਮਨੁੱਖ ਭੀਖ ਮੰਗਦਾ ਹੈ ਉਹ ਆਪਣਾ ਹੱਕ ਛੱਡਦਾ ਹੈ, ਆਪਣਾ ਹੱਕ ਨਹੀਂ ਮੰਗਦਾ, ਭੀਖ ਮੰਗਦਾ ਹੈ। ਦੂਜੇ ਦੇ ਰਹਿਮੋ ਕਰਮ ਦੇ ਉੱਤੇ ਜੀਂਦਾ ਹੈ, ਦੂਜੇ ਦੇ ਤਰਸ ਉੱਤੇ ਜੀਂਦਾ ਹੈ। ਇਹ ਚੀਜ਼ ਸਮਾਜ ਵਿੱਚ ਉਥਲ ਪੁਥਲ ਪੈਦਾ ਕਰਦੀ ਹੈ।
ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪਾਵਨ ਬਚਨ ਪੜ੍ਹਦੇ ਹਾਂ, ਸਾਨੂੰ ਗੁਰੂ ਸਾਹਿਬ ਜੀ ਦੇ ਇਸ ਬਚਨ ਨੂੰ ਸਹੀ ਸੰਦਰਭ ਵਿੱਚ ਵੇਖਣ ਦੀ ਲੋੜ ਹੈ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਜਦੋਂ ਅਸੀਂ ਡਰ ਦਿੰਦੇ ਹਾਂ ਤੇ ਅਸੀਂ ਇਨਸਾਨ ਨਹੀਂ, ਹੈਵਾਨ ਬਣ ਜਾਂਦੇ ਹਾਂ। ਜਦੋਂ ਅਸੀਂ ਕਿਸੇ ਨੂੰ ਡਰਾਉਂਦੇ ਹਾਂ, ਡਰ ਦਿੰਦੇ ਹਾਂ, ਜ਼ੁਲਮ ਕਰਦੇ ਹਾਂ, ਧੱਕਾ ਕਰਦੇ ਹਾਂ, ਉਦੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਇਨਸਾਨ ਨਹੀਂ ਹੈ, ਤੂੰ ਤਾਂ ਹੈਵਾਨ ਹੈ, ਤੂੰ ਪਸ਼ੂ ਹੈ। ਤੇ ਜਦੋਂ ਅਸੀਂ ਕਿਸੇ ਦਾ ਭੈ ਮੰਨ ਲਿਆ, ਗੁਲਾਮੀ ਕਬੂਲ ਕਰ ਲਈ, ਸਮਝੋ ਅਸੀਂ ਹੈਵਾਨ ਦੇ ਹੱਥ ਮਜ਼ਬੂਤ ਕਰ ਦਿੱਤੇ, ਅਸੀਂ ਜ਼ਾਲਮ ਆਦਮੀ ਦੇ ਹੱਥ ਮਜ਼ਬੂਤ ਕਰ ਦਿੱਤੇ ਤੇ ਗੁਲਾਮੀ ਬਰਦਾਸ਼ਤ ਕਰਕੇ ਅਸੀਂ ਸਦੀਆਂ ਤੱਕ, ਕਈ ਪੀੜ੍ਹੀਆਂ ਨੂੰ ਉਸ ਗੁਲਾਮੀ ਦੀ ਦਲਦਲ ਵਿੱਚ ਧੱਕ ਦਿੱਤਾ। ਹੁਣ ਦੋਵਾਂ ਹਾਲਤਾਂ 'ਚ ਹੀ ਗੁਲਾਮ ਤੇ ਜ਼ਾਲਮ, ਗੁਲਾਮ ਤੇ ਜ਼ਾਲਮ ਦਾ ਜੋ ਸੰਬੰਧ ਹੈ ਨਾ ਆਪਸ ਵਿੱਚ ਦੁਨੀਆਦਾਰੀ ਦੇ ਅੰਦਰ, ਦੋਵੇਂ ਹੀ ਸਮਾਜ ਵਿੱਚ ਉਥਲ ਪੁਥਲ ਪੈਦਾ ਕਰਦੇ ਨੇ। ਨਾ ਤਾਂ ਗੁਲਾਮ ਆਪਣੇ ਹੱਕ ਜੀ ਸਕਦਾ ਤੇ ਨਾ ਜਿਹੜਾ ਜ਼ਾਲਮ ਹੈ ਉਹ ਦੂਸਰੇ ਨੂੰ ਹੱਕ ਜੀਣ ਦਿੰਦਾ। ਫਿਰ ਸੰਸਾਰ ਦੇ ਅੰਦਰ ਸ਼ਾਂਤੀ, ਸਹਿਜ ਤੇ ਟਿਕਾ ਕਿਵੇਂ ਆਵੇ? ਟਿਕਾ ਕਿਵੇਂ ਆ ਸਕਦਾ? ਵੀ ਇੱਕੋ ਹੀ ਨੁਕਤਾ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਦੁਨੀਆਦਾਰੀ ਦੇ ਲੋਕ ਕਹਿ ਤਾਂ ਦਿੰਦੇ ਨੇ, ਜਿਨ੍ਹਾਂ ਦੀ ਧਰਮ ਨਾਲ ਥੋੜ੍ਹੀ ਜਿਹੀ ਘੱਟ ਬਣਦੀ ਹੈ ਜੀ, ਧਰਮ ਕੀ ਚੀਜ਼ ਹੈ। ਪਰ ਵੇਖੋ ਕਿੰਨਾ ਉੱਤਮ ਸਿਧਾਂਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ ਹੈ ਵੀ ਨਾ ਹੱਕ ਕੋਈ ਮਾਰੇ, ਨਾ ਹੱਕ ਆਪਣਾ ਮਾਰਨ ਦੇਵੇ, ਹਰ ਬੰਦਾ ਆਪਣਾ ਹੱਕ ਜੀਵੇ। ਆਪੇ ਦੁਨੀਆ 'ਚ ਸਹਿਜ ਆ ਗਿਆ, ਬੈਲੈਂਸ ਆ ਗਿਆ, ਵਿਗਾੜ ਖਤਮ ਹੋ ਜਾਣਗੇ ਸਮਾਜ ਵਿੱਚੋਂ, ਦੁਨੀਆਦਾਰੀ 'ਚੋਂ। ਘਰਾਂ ਵਿੱਚ ਵਿਗਾੜ ਪੈਂਦੇ ਨੇ ਤੇ ਕਦੋਂ ਪੈਂਦੇ ਨੇ? ਜਦੋਂ ਇੱਕ ਬੰਦਾ ਆਪਣਾ ਹੱਕ ਛੱਡ ਰਿਹਾ, ਦੂਸਰਾ ਉਹਦਾ ਹੱਕ ਧੱਕੇ ਨਾਲ ਮਾਰ ਰਿਹਾ। ਇਹ ਜ਼ਾਲਮ ਤੇ ਗੁਲਾਮ ਵਾਲਾ ਸੁਭਾਅ ਜਦੋਂ ਬੰਦੇ ਦੇ ਅੰਦਰ ਪੈਦਾ ਹੋ ਗਿਆ, ਸੰਸਥਾਵਾਂ 'ਚ ਰੌਲਾ ਪੈ ਜਾਂਦਾ ਹੈ, ਸਮਾਜ ਵਿੱਚ ਰੌਲਾ ਪੈ ਜਾਂਦਾ ਹੈ, ਧਰਮ ਦੀ ਦੁਨੀਆ 'ਚ ਰੌਲਾ ਪੈਂਦਾ ਹੈ, ਰਾਜਨੀਤੀ ਦੀ ਦੁਨੀਆ 'ਚ ਰੌਲਾ ਪੈਂਦਾ ਹੈ। ਹਰ ਪਾਸੇ ਇਹੀ ਵਿਗਾੜ ਹੈ ਵੀ ਜਾਂ ਤਾਂ ਇੱਕ ਆਦਮੀ ਤਾਕਤ ਨਾਲ ਦੂਜੇ ਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ ਵੀ ਇਹ ਬੰਦਾ ਆਪਣਾ ਬੋਲਣ ਦਾ, ਸੁਣਨ ਦਾ, ਸਾਹ ਤੱਕ ਲੈਣ ਦਾ ਹੱਕ ਜਿਹੜਾ ਹੈ ਨਾ, ਇਹਦਾ ਮੈਂ ਖੋਹ ਲਵਾਂ, ਇਹ ਮੇਰੇ ਰਹਿਮ ਉੱਤੇ ਜੀਣਾ ਸ਼ੁਰੂ ਕਰ ਦੇਵੇ, ਮੇਰੇ ਰਹਿਮ ਉੱਤੇ ਜੀਵੇ, ਮੇਰੇ ਤਰਸ ਉੱਤੇ ਜੀਵੇ। ਇਹ ਜ਼ਾਲਮ ਬਿਰਤੀ ਦਾ ਟਕਰਾਅ ਸਦੀਆਂ ਤੋਂ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਨਾ, ਜਿਸ ਵੇਲੇ, ਮੈਂ ਇੱਕ ਉਦਾਹਰਣ ਦੇਵਾਂ, ਜਿਸ ਵੇਲੇ ਸੈਦਪੁਰ ਐਮਨਾਬਾਦ ਦੀ ਧਰਤੀ ਤੇ ਕਤਲੇਆਮ ਕੀਤੀ ਹੈ ਬਾਬਰ ਦੀ ਫੌਜ ਨੇ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4 ਸ਼ਬਦ ਜੋ ਬਾਣੀ ਦੇ ਵਿੱਚ ਆਖੇ ਹਨ, ਉਹਨਾਂ ਵਿੱਚ ਉਹਨਾਂ ਦੇ ਹਵਾਲੇ ਆਉਂਦੇ ਨੇ। ਭਾਵੇਂ ਸ਼ਬਦਾਂ ਦਾ ਸੰਬੰਧ ਜਿਹੜਾ ਹੈ ਕਿਸੇ ਘਟਨਾ ਨਾਲ ਨਹੀਂ, ਸ਼ਬਦ ਆਪਣੇ ਆਪ ਵਿੱਚ ਬਹੁਤ ਵੱਡੀ ਸਿੱਖਿਆ ਹੈ। ਮਨੁੱਖ ਨੂੰ ਜੀਵਨ ਜਿਉਣ ਦੀ ਸੇਧ ਮਹਾਰਾਜ ਨੇ ਹਰ ਇੱਕ ਬਾਣੀ ਦੇ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ। ਪਰ ਕਿਉਂਕਿ ਕਿਸੇ ਜਗ੍ਹਾ, ਕਿਸੇ ਘਟਨਾ ਨੂੰ ਥੀਮ ਬਣਾ ਕੇ, ਆਧਾਰ ਬਣਾ ਕੇ ਕੋਈ ਮੈਸੇਜ, ਜਿਹਨੂੰ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਮੰਨ ਲਓ ਗੁਰੂ ਨਾਨਕ ਮਹਾਰਾਜ ਨੇ ਹਰਿਦੁਆਰ ਵਿੱਚ ਖਲੋ ਕੇ, ਹਰਿਦੁਆਰ ਤੇ ਗਏ ਜਦੋਂ ਮਹਾਰਾਜ, ਹਰਿਦੁਆਰ ਉੱਥੇ ਪਹੁੰਚ ਕੇ ਉੱਥੋਂ ਦੇ ਮਨੁੱਖਾਂ ਨੂੰ ਜਿਹੜੇ ਉਸ ਵੇਲੇ ਕਰਮਕਾਂਡ ਕਰਦੇ ਸਨ ਕੋਈ ਉਪਦੇਸ਼ ਦਿੱਤਾ ਹੈ, ਤੇ ਇਹਦਾ ਮਤਲਬ ਨਹੀਂ, ਇਹਦਾ ਭਾਵ ਇਹ ਨਹੀਂ ਵੀ ਗੁਰੂ ਨਾਨਕ ਮਹਾਰਾਜ ਦਾ ਇਹ ਉਪਦੇਸ਼ ਕੇਵਲ ਹਰਿਦੁਆਰ ਦੇ ਵਿੱਚ ਰਹਿਣ ਵਾਲੇ ਲੋਕਾਂ ਲਈ ਹੈ, ਜਾਂ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਦਾ ਸੰਬੰਧ ਉਸ ਸਮੇਂ ਨਾਲ ਹੀ ਹੈ। ਨਹੀਂ, ਉਹਦਾ ਸੰਬੰਧ ਸਾਰੇ ਮਨੁੱਖਾਂ ਨਾਲ ਹੈ, ਉਪਦੇਸ਼ ਸਾਰਿਆਂ ਲਈ ਸਾਂਝਾ ਹੈ। ਐਮਨਾਬਾਦ ਦੀ ਧਰਤੀ ਤੇ ਹੋਈ ਕਤਲੇਆਮ, ਗੁਰੂ ਨਾਨਕ ਮਹਾਰਾਜ ਨੇ ਜੋ ਅੱਖੀਂ ਵੇਖਿਆ ਹੈ, ਜੋ ਹੰਢਾਇਆ ਹੈ, ਜੋ ਲੋਕਾਂ ਦੇ ਵਿੱਚ ਖਲੋ ਕੇ ਮਹਿਸੂਸ ਕੀਤਾ ਹੈ, ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਵਿੱਚ ਬੜੀ ਬੇਬਾਕੀ ਦੇ ਨਾਲ, ਬੜੀ ਦ੍ਰਿੜਤਾ ਦੇ ਨਾਲ ਇਸ ਗੱਲ ਦੇ ਸੰਕੇਤ ਕੀਤੇ ਨੇ। ਜਦੋਂ ਅਸੀਂ ਉਹਨਾਂ ਸ਼ਬਦਾਂ ਨੂੰ ਬੜੇ ਧਿਆਨ ਨਾਲ ਵਿਚਾਰ ਕੇ ਇੱਕ ਇੱਕ ਅੱਖਰ ਨੂੰ ਬੜੀ ਡੂੰਘਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਮਹਿਸੂਸ ਕਰਾਂਗੇ ਧੰਨ ਗੁਰੂ ਨਾਨਕ ਮਹਾਰਾਜ ਨੇ ਜ਼ੁਲਮ ਦਾ ਸ਼ਿਕਾਰ ਹੋਣ ਵਾਲੀ ਧਿਰ ਤੇ ਜ਼ੁਲਮ ਕਰਨ ਵਾਲੀ ਧਿਰ, ਦੋਵਾਂ ਧਿਰਾਂ ਦਾ ਜੋ ਮੁਲਾਂਕਣ ਕੀਤਾ ਹੈ, ਔਰ ਕਿੰਨਾ ਉੱਤਮ ਰਸਤਾ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਉਹਨਾਂ ਸ਼ਬਦਾਂ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਹਜ਼ੂਰ ਨੇ ਆਖਿਆ, ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਇਹ ਜ਼ੁਲਮ ਦਾ ਸ਼ਿਕਾਰ ਹੋਣ ਵਾਲੀ ਧਿਰ ਬਾਰੇ ਆਖਿਆ। ਤੇ ਜਿਹਨੂੰ ਜ਼ੁਲਮ ਕੀਤਾ ਹੈ ਨਾ, ਇਹ ਨਹੀਂ ਵੀ ਉਹ ਬਾਦਸ਼ਾਹ ਹੈ, ਉਹ ਤਾਕਤਵਰ ਹੈ, ਉਹ ਤਕੜਾ ਹੈ, ਉਹ ਜੋ ਮਰਜ਼ੀ ਕਰ ਸਕਦਾ ਹੈ।
ਤੇ ਉਹਦੇ ਸਾਹਮਣੇ ਅੱਖਾਂ ਨੀਵੀਆਂ ਕਰ ਲੈਣੀਆਂ ਚਾਹੀਦੀਆਂ ਨੇ। ਗੁਰੂ ਨਾਨਕ ਮਹਾਰਾਜ ਨੇ ਉੱਥੇ ਵੀ ਬੜੀ ਬੇਬਾਕੀ ਦੇ ਨਾਲ ਸ਼ਕਤਾ ਸ਼ੀ ਮਾਰੇ ਪੈ ਵੱਗੈ ਖਸਮੈ ਸਾ ਪੁਰਸ਼ਾਈ, ਉਹਨਾਂ ਦੇ ਜ਼ੁਲਮ ਨੂੰ ਵੀ ਰੱਜ ਕੇ ਸਤਿਗੁਰਾਂ ਨੇ ਕੋਸਿਆ ਔਰ ਉਹਦੇ ਜ਼ਾਲਮ ਪੁਣੇ ਨੂੰ ਵੀ ਰੱਜ ਕੇ ਭੰਡਿਆ। ਆਖਿਆ ਵੀ ਇਹ ਮਨੁੱਖਾਂ ਵਾਲਾ ਕਰਮ ਨਹੀਂ, ਇਹ ਪਸ਼ੂਆਂ ਵਾਲਾ ਕਰਮ ਹੈ। ਜੰਗਲੀ ਭੇੜੀਆ ਇਵੇਂ ਕਰਦਾ ਕਿ ਜਿਵੇਂ ਉਹ ਵੱਗ ਤੇ ਟੁੱਟ ਕੇ ਪੈ ਜਾਏ। ਜੰਗਲੀ ਜਾਨਵਰਾਂ ਵਾਲਾ ਵਿਹਾਰ ਹੈ ਇਹਨਾਂ ਮਨੁੱਖਾਂ ਦਾ ਜਿਨ੍ਹਾਂ ਦੇ ਹੱਥ ਵਿੱਚ ਤਾਕਤ ਹੈ। ਤੇ ਸਤਿਗੁਰੂ ਦੇ ਪਿਆਰ ਵਾਲਿਓ, ਇਹ ਜੋ ਦਿਨ ਚੱਲ ਰਹੇ ਹਨ, ਇਹ ਇਸੇ ਹੀ ਇਹ ਦੇਸ਼ ਦੀ ਰਾਜਧਾਨੀ ਹੈ ਦਿੱਲੀ। ਵੈਸੇ ਦਿੱਲੀ ਦੇ ਇਤਿਹਾਸ ਦੇ ਅੰਦਰ ਜੇ ਸਿੱਖ ਇਤਿਹਾਸ ਨੂੰ ਮਨਫੀ ਕਰਦੇ ਹੋ ਨਾ, ਤੇ ਬੜਾ ਕੱਚਾ ਜਿਹਾ, ਬੜਾ ਪਿੱਲਾ ਜਿਹਾ ਇਤਿਹਾਸ ਜਿਹੜਾ ਹੈ ਉਹ ਦਿੱਲੀ ਦਾ ਰਹਿ ਜਾਂਦਾ ਹੈ। ਵੈਸੇ ਤਾਂ ਸਮੁੱਚੇ ਦੇਸ਼ ਦੇ ਇਤਿਹਾਸ ਵਿੱਚ ਜੇ ਤੁਸੀਂ ਸਿੱਖਾਂ ਦੇ ਰੋਲ ਨੂੰ ਬਾਹਰ ਕੱਢਦੇ ਹੋ ਤੇ ਬਾਕੀ ਕੀ ਬਚਦਾ? ਇਹ ਤਾਂ ਅੱਜ ਬਹੁ ਗਿਣਤੀ ਦੇ ਹੱਥ ਦੇ ਵਿੱਚ ਸਾਰਾ ਸੱਤਾ ਹੋਣ ਕਰਕੇ, ਬੋਲਣ ਦੀ ਤਾਕਤ, ਲਿਖਣ ਦੀ ਤਾਕਤ, ਪ੍ਰਚਾਰ ਦੀ ਤਾਕਤ ਆਉਣ ਕਰਕੇ ਆਪਣੇ ਮਤ ਨੂੰ ਹਰ ਬੰਦਾ ਸਹੀ ਗਰਦਾਨਦਾ ਹੈ। ਇਸੇ ਨੂੰ ਤਾਂ ਇਮਾਨਦਾਰੀ ਕਹਿੰਦੇ ਨੇ ਵੀ ਬੰਦਾ ਇਮਾਨਦਾਰੀ ਫਿਰ ਕਿੱਥੇ ਰੱਖੇ। ਵੈਸੇ ਮੈਂ ਇੱਕ ਬੇਨਤੀ ਕਰਾਂ, ਇਸ ਦੇਸ਼ ਵਿੱਚ ਜਿੰਨੇ ਧਰਮ ਪੈਦਾ ਹੋਏ ਨੇ ਨਾ, ਉਨੀ ਧਾਰਮਿਕ ਬਿਰਤੀ ਦੀ ਘਾਟ ਵੀ ਇਸ ਦੇਸ਼ ਵਿੱਚ ਰਹੀ ਹੈ ਸਦੀਆਂ ਤੋਂ। ਇੱਕ ਹਿਰਨ ਮਰ ਜਾਂਦਾ ਹੈ ਕਿਸੇ ਕੋਲੋਂ, ਉਹਦਾ ਕੇਸ ਬੜਾ ਜ਼ੋਰਾਂ ਸ਼ੋਰਾਂ ਨਾਲ ਮੀਡੀਆ ਵੀ ਉਠਾਉਂਦਾ ਹੈ ਦੂਰ ਦਰਾਜ਼ ਤੱਕ, ਇਹ ਸਾਬਤ ਕਰਨ ਲਈ ਦੂਸਰੇ ਦੇਸ਼ਾਂ ਦੇ ਸਾਹਮਣੇ ਵੀ ਵੇਖੋ ਅਸੀਂ ਕਿੰਨੇ ਮਨੁੱਖੀ ਹੱਕਾਂ ਦੇ, ਪਸ਼ੂਆਂ ਦੇ ਹੱਕਾਂ ਦੇ ਵੀ ਰਖਵਾਲੇ। ਪਰ ਇਸ ਦੇਸ਼ ਵਿੱਚ ਜਿਉਂਦੇ ਮਨੁੱਖ ਸੜ ਜਾਣ, ਲੋਕਾਂ ਦੇ ਘਰ ਸਾੜ ਦਿੱਤੇ ਜਾਣ, ਬੱਚਿਆਂ ਤੱਕ ਨੂੰ ਬਖਸ਼ਿਆ ਨਾ ਜਾਏ, ਔਰਤਾਂ ਦੀ ਬੇਪਤੀ ਕੀਤੀ ਜਾਏ, ਉਸ ਵੇਲੇ ਇਹਨਾਂ ਬਾਤਾਂ ਨੂੰ ਨਾ ਤਾਂ ਕੋਈ ਉਠਾਉਣ ਲਈ ਰਾਜੀ ਹੁੰਦਾ ਹੈ। ਜਿੱਥੇ ਆਵਾਜ਼ ਉੱਠਦੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਕਈ ਦਹਾਕੇ ਗੁਜ਼ਰ ਜਾਣ ਤੋਂ ਬਾਅਦ ਵੀ ਤੁਸੀਂ ਇਨਸਾਫ ਨੂੰ ਭਾਲਿਆਂ ਵੀ ਦੀਵਾ ਲੈ ਕੇ ਵੀ ਨਹੀਂ ਲੱਭ ਸਕਦੇ ਵੀ ਇਨਸਾਫ ਕਿਹੜੀ ਨੁੱਕਰ ਵਿੱਚ ਬੈਠਾ ਉਹਨੂੰ ਲੱਭ ਲਿਆ। ਸੈਦਪੁਰ ਦੀ ਉਹ ਘਟਨਾ ਜਿਹਦਾ ਜ਼ਿਕਰ ਗੁਰੂ ਨਾਨਕ ਮਹਾਰਾਜ ਨੇ ਬਾਣੀ ਵਿੱਚ ਕੀਤਾ ਹੈ, ਤੇ ਇਸ ਦੇਸ਼ ਵਿੱਚ ਆਏ ਦਿਨ ਨਿਤ ਦਿਨ ਵਾਪਰਦੀਆਂ ਕਤਲੇਆਮਾਂ, ਤਾਕਤਵਰ ਧਿਰਾਂ ਵੱਲੋਂ ਮਜ਼ਲੂਮ ਧਿਰਾਂ ਤੇ ਹੁੰਦੇ ਹਮਲੇ, ਉਹਨਾਂ ਦੇ ਬੱਚਿਆਂ ਦਾ ਖਾਤਮਾ, ਨਸਲ ਕੁਸ਼ੀਆਂ, ਨਸਲ ਘਾਤ, ਇਹ ਕਿਹੜੀਆਂ ਚੀਜ਼ਾਂ ਵੱਲ ਇਸ਼ਾਰਾ ਕਰਦੇ ਹਨ? ਬੜਾ ਸੌਖਾ ਹੈ ਮਾੜਾ ਲੈ ਕੇ ਕਿਸੇ ਗੁੱਠ ਵਿੱਚ ਬਹਿ ਕੇ ਰਾਮ ਰਾਮ ਕਰ ਲੈਣਾ, ਪਰ ਸਤਿਗੁਰੂ ਦੇ ਪਿਆਰ ਵਾਲਿਓ ਇਵੇਂ ਸਰਨਾ ਤੇ ਨਹੀਂ ਨਾ। ਜੇ ਅਸੀਂ ਇਹਨਾਂ ਚੀਜ਼ਾਂ ਦੇ ਮੁਲਾਂਕਣ ਨਹੀਂ ਕਰਾਂਗੇ, ਇਹਨਾਂ ਬਾਤਾਂ ਨੂੰ ਨਹੀਂ ਸਮਝਾਂਗੇ, ਇਹ ਦੇਸ਼ ਦੀ ਰਾਜਧਾਨੀ ਹੈ। ਇਸ ਵਿੱਚ ਜੇ ਜਿਉਂਦੇ ਮਨੁੱਖਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜਿਆ ਜਾਂਦਾ ਹੈ, ਨਵੰਬਰ 84 ਦਾ ਜੋ ਸਿੱਖ ਕਤਲੇਆਮ ਹੈ, ਲੋਕ ਇਹਨੂੰ ਦੰਗਿਆਂ ਦਾ ਨਾਮ ਵੀ ਦੇ ਦਿੰਦੇ ਨੇ। ਲੋਕ ਕਹਿੰਦੇ ਹਨ ਨਵੰਬਰ 84 ਦੇ ਦੰਗੇ ਹੋਏ। ਵੈਸੇ ਮੈਂ ਬੇਨਤੀ ਕਰਾਂ, ਦੰਗੇ ਦਾ ਮਤਲਬ ਹੁੰਦਾ ਹੈ ਜਿੱਥੇ ਦੋ ਧਿਰਾਂ ਦੇ ਵਿਚਕਾਰ ਆਪਸੀ ਖਹਿਬਾਜ਼ੀ ਹੈ, ਦੋ ਧਿਰਾਂ ਲੜ ਪਈਆਂ ਨੇ, ਉਹਨੂੰ ਆਖਿਆ ਜਾਂਦਾ ਦੰਗਾ। ਤੇ ਜਿੱਥੇ ਇੱਕ ਧਿਰ ਦੂਸਰੀ ਧਿਰ ਨੂੰ ਘਰੋਂ ਧੂ ਕੇ ਆਪਣੇ ਕਿਰਤਕਾਰ ਕਰਦੇ, ਕੋਈ ਦੁਕਾਨ ਤੇ ਬੈਠਾ ਹੈ, ਕਿਸੇ ਦੇ ਬੱਚੇ ਸਕੂਲ ਪੜ੍ਹਨ ਗਏ ਨੇ, ਕੋਈ ਰੇਹੜੀ ਲਾਈ ਬੈਠਾ ਹੈ, ਕੋਈ ਰਿਕਸ਼ਾ ਚਲਾ ਰਿਹਾ ਹੈ, ਕੋਈ ਆਟੋ ਚਲਾ ਰਿਹਾ ਹੈ, ਔਰਤਾਂ ਘਰਾਂ ਵਿੱਚ ਬੈਠੀਆਂ ਨੇ, ਕਿਸੇ ਘਰ ਵਿਆਹ ਹੈ, ਕਿਸੇ ਘਰ ਸ਼ਾਦੀ ਹੈ, ਅਚਾਨਕ ਉਹਨਾਂ ਦੇ ਉੱਤੇ ਕੋਈ ਹਮਲਾ ਕਰਦਾ ਹੈ ਤੇ ਕਤਲੇਆਮ ਹੋ ਜਾਂਦੀ ਹੈ, ਉਹਨੂੰ ਦੰਗਾ ਨਹੀਂ ਕਹਿੰਦੇ। ਜਿਹੜੇ ਵੀ ਲੋਕ ਇਹ ਦੰਗਾ ਸ਼ਬਦ ਵਰਤਦੇ ਨੇ, ਜਾਂ ਤਾਂ ਉਹ ਸ਼ਰਾਰਤੀ ਨੇ ਜਾਂ ਸਿਰੇ ਦੇ ਬੇਵਕੂਫ ਨੇ। ਕਿਉਂਕਿ ਦੰਗਾ ਹੁੰਦਾ ਦੋ ਧਿਰਾਂ ਦੀ ਆਪਸੀ ਲੜਾਈ ਹੋ ਗਈ ਤੇ ਦੰਗਾ ਹੋ ਗਿਆ, ਇਹ ਦੰਗਾ ਹੈ। ਤੇ ਜਿੱਥੇ ਅਚਨਚੇਤ ਕਿਸੇ ਉੱਤੇ ਹਮਲਾ ਕਰਨਾ, ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਬੱਚਿਆਂ ਤੱਕ ਨੂੰ ਕਤਲ ਕਰਨਾ, ਇਹ ਦੰਗਾ ਨਹੀਂ, ਇਹ ਕਤਲੇਆਮ ਹੈ, ਨਸਲ ਘਾਤ ਹੈ, ਨਸਲ ਕੁਸ਼ੀ ਹੈ। ਇਹ ਬਾਤ ਨੂੰ ਸਮਝ ਲੈਣਾ। ਕਿਉਂਕਿ ਮੈਂ ਕਈ ਵਾਰ ਸਟੇਜਾਂ ਤੇ ਸ਼ਬਦ ਸੁਣਿਆ ਦੰਗਾ, ਕਈ ਜਗ੍ਹਾ ਤੇ ਲਿਖਿਆ ਵੇਖਿਆ ਪੜ੍ਹਿਆ ਹੈ ਦੰਗਾ, ਤੇ ਮੈਨੂੰ ਹੈਰਾਨੀ ਹੁੰਦੀ ਹੈ ਵੀ ਇਹਨਾਂ ਬੰਦਿਆਂ ਨੂੰ ਅੱਖਰ ਕਾ ਭਿਓ ਨਾ ਲਹੰਤ, ਅੱਖਰ ਦਾ ਭਾਵ ਵੀ ਨਹੀਂ ਪਤਾ ਵੀ ਇਹਦਾ ਅਰਥ ਮਤਲਬ ਕੀ ਬਣਦਾ ਹੈ। ਤੋ ਇਹ ਤਾਂ ਸੋਚੀ ਸਮਝੀ ਗਿਣੀ ਮਿਥੀ ਸਾਜ਼ਿਸ਼ ਹੈ ਉਸ ਸਮੇਂ ਦੀ ਕੁਝ ਰਾਜਨੀਤਿਕ ਨੇਤਾਵਾਂ ਵੱਲੋਂ, ਕੁਝ ਅਖੌਤੀ ਧਾਰਮਿਕ ਚੌਧਰੀਆਂ ਵੱਲੋਂ। ਔਰ ਇਹ ਤਾਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਇੱਕ ਵਿਹਾਰ ਇਸ ਦੇਸ਼ ਵਿੱਚ ਚੱਲਦਾ ਆ ਰਿਹਾ ਹੈ। ਸੋ ਜਿੱਥੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਚਰਨਾਂ ਵਿੱਚ ਬੈਠ ਕੇ ਇਹ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਐਸੀਆਂ ਵਿਗੜੀਆਂ ਬਿਰਤੀਆਂ ਨੂੰ ਠੱਲ ਪਾਉਣ ਦੀ ਤਾਕਤ ਆਪ ਇਸ ਸੰਸਾਰ ਦੇ ਲੋਕਾਂ ਨੂੰ ਬਖਸ਼ਿਸ਼ ਕਰੋ। ਕਿਉਂਕਿ ਕੋਈ ਗੈਬੀ ਤਾਕਤ ਅਸਮਾਨੋਂ ਉਤਰ ਕੇ ਨਹੀਂ ਆਉਂਦੀ,
ਇੱਥੇ ਬੈਠੇ ਕਿਸੇ ਬੈਰਾਗੀ ਨੂੰ ਬੰਦਾ ਬਣਾ ਕੇ ਕਲਗੀਧਰ ਸਾਹਿਬ ਪੰਜਾਬ ਦੀ ਧਰਤੀ ਤੇ ਜ਼ੁਲਮ ਦੇ ਖਾਤਮੇ ਵਾਸਤੇ ਪ੍ਰੇਰਨਾ ਕਰ ਦਿੰਦੇ ਹਨ। ਇਸ ਕਰਕੇ ਯਾਦ ਰੱਖਣਾ ਚਾਹੀਦਾ ਹੈ, ਜੋ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਦਿੱਤਾ ਹੈ, ਉਸ ਤੋਂ ਬਿਨਾਂ ਨਾ ਸਮਾਜ ਵਿੱਚ ਟਿਕਾਊ ਆ ਸਕਦਾ, ਨਾ ਸਹਿਜ ਆ ਸਕਦਾ, ਕਿਉਂਕਿ ਉਹੀ ਇੱਕੋ ਇੱਕ ਮਾਰਗ ਹੈ ਜਿਹਨੂੰ ਗੁਰਦੇਵ ਨੇ ਬੈਲੈਂਸ, ਸਹਿਜ, ਅਡੋਲਤਾ ਦਾ ਰਾਹ ਦੱਸਿਆ ਹੈ। ਅਡੋਲਤਾ ਦਾ। ਪਰ ਮੈਨੂੰ ਹੈਰਾਨੀ ਇਸ ਬਾਤ ਦੀ ਹੈ ਕਿ ਇੱਥੇ ਤਾਂ ਸਾਰਾ ਜ਼ੋਰ ਹੀ ਇਸ ਗੱਲ ਤੇ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਸਾਬਤ ਕਰ ਦਿੱਤਾ ਜਾਏ। ਵਿਚਾਰੇਗਾ ਕੌਣ? ਇੱਥੇ ਤਾਂ ਕੇਵਲ ਨੀਵਾਂ ਵਿਖਾਉਣ ਤੱਕ ਹੀ ਸੀਮਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੇਵਲ ਇੱਥੋਂ ਤੱਕ ਸੀਮਤ ਰੱਖਿਆ ਗਿਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਿੱਤੇ ਗਏ ਹਰ ਇੱਕ ਸਿਧਾਂਤ ਨੂੰ ਜਿੰਨਾ ਚਿਰ ਸਾਡਾ ਸਮਾਜ ਫੋਲੋ ਨਹੀਂ ਕਰਦਾ, ਮੰਨਦਾ ਨਹੀਂ, ਇਹ ਹਾਲਾਤ ਪਹਿਲਾਂ ਵੀ ਬਣੇ ਰਹੇ ਨੇ, ਬੜੇ ਰਹਿਣਗੇ ਸਦੀਆਂ ਤੱਕ, ਕਿਉਂਕਿ ਬੰਦੇ ਤਾਂ ਇਹੋ ਹੀ ਰਹਿਣੇ ਨੇ ਨਾ, ਸਮਾਜ ਤਾਂ ਇਹੋ ਹੀ ਹੈ। ਜੋ ਚੱਲ ਰਿਹਾ ਸਾਡੇ ਸਮਾਜ ਵਿੱਚ, ਜੋ ਸਿੱਖਿਆ ਚੱਲ ਰਹੀ, ਜੋ ਉਪਦੇਸ਼ ਚੱਲ ਰਿਹਾ, ਜੋ ਮਤ ਚੱਲ ਰਿਹਾ, ਉਹ ਤਾਂ ਇਹੋ ਹੀ ਹੈ ਨਾ। ਇਸ ਕਰਕੇ ਬੰਦੇ ਇਹ ਨਹੀਂ ਹੋਣਗੇ, ਕੋਈ ਹੋਰ ਹੋਣਗੇ, ਪਰ ਬਿਰਤੀਆਂ ਜਿੰਨਾ ਚਿਰ ਇਹੋ ਜਿਹੀਆਂ ਰਹਿਣਗੀਆਂ, ਸਮਾਜ ਦਾ ਤਾਣਾ ਬਾਣਾ ਉਲਝਿਆ ਹੀ ਰਹੇਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋ ਬਖਸ਼ਿਸ਼ ਕਰ ਰਹੇ ਨੇ ਅੱਜ ਦੇ ਬਚਨ ਵਿੱਚ, ਗੁਰ ਬਿਨ ਸਹਿਜ ਨਾ ਉਪਜੈ ਭਾਈ। ਹੇ ਭਾਈ, ਗੁਰੂ ਦੀ ਮੱਤ ਤੋਂ ਬਿਨਾਂ ਅਡੋਲਤਾ, ਬੈਲੈਂਸ ਜੀਵਨ ਵਿੱਚ ਪੈਦਾ ਨਹੀਂ ਹੋ ਸਕਦਾ। ਤੇ ਮੈਂ ਬੇਨਤੀ ਕੀਤੀ ਹੈ, ਬੈਲੈਂਸ ਕੀ ਹੈ? ਕਿ ਬੰਦੇ ਕੋਲ ਤਾਕਤ ਹੋਵੇ, ਭਾਵੇਂ ਰਾਜਨੀਤੀ ਦੀ, ਭਾਵੇਂ ਧਰਮ ਦੀ, ਪਰ ਮਨੁੱਖ ਇਹ ਸਮਝੇ ਵੀ ਮੇਰਾ ਫਰਜ਼ ਕੀ ਹੈ। ਇਹਨੇ ਵੀ ਤਾਕਤ ਆ ਗਈ ਤੇ ਹਰਨਾਕਸ਼ ਬਣ ਗਿਆ ਬੰਦਾ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪ੍ਰਹਲਾਦ ਤੇ ਹਰਨਾਕਸ਼ ਦੀ ਉਦਾਹਰਣ ਦਿੱਤੀ ਹੈ, ਤਾਂ ਕੋਈ ਭਾਵ ਹੈ ਤਾਂ ਉਦਾਹਰਣ ਦਿੱਤੀ ਹੈ ਨਾ। ਹਰਨਾਕਸ਼ ਕੌਣ ਹੈ? ਜਿਹਦੇ ਕੋਲ ਤਾਕਤ ਹੈ, ਸੱਤਾ ਹੈ, ਪਰ ਉਹ ਸਮਝਦਾ ਵੀ ਮੈਂ ਖੁਦਾ, ਮੇਰਾ ਹੀ ਹੁਕਮ ਚੱਲੇਗਾ, ਮੈਂ ਜਿਹਨੂੰ ਹੱਕ ਦਿਆਂ ਉਹ ਬੋਲੇ, ਮੈਂ ਜਿਹਨੂੰ ਹੱਕ ਦਿਆਂ ਉਹ ਲਿਖੇ, ਮੇਰਾ ਹੀ ਪਾਠ ਸਕੂਲਾਂ 'ਚ ਪੜ੍ਹਾਇਆ ਜਾਏ, ਮੈਂ ਹੀ ਰੱਬ ਹਾਂ। ਜਦੋਂ ਇਹ ਬਿਰਤੀ ਆ ਜਾਂਦੀ ਹੈ, ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਹਲਾਦ ਨੂੰ ਮਾਣ ਦਿੰਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹਰਨਾਕਸ਼ ਤਾਕਤਵਰ ਆਦਮੀ ਹੈ, ਉਹਦੇ ਨਾਮ ਦੇ ਨਾਲ ਦੁਸ਼ਟ ਸ਼ਬਦ ਵਰਤਦੇ ਨੇ। ਹਰਨਾਕਸ਼ ਦੁਸ਼ਟ, ਹਰ ਮਾਰਿਆ। ਇਹਨੇ ਵੀ ਹਰਨਾਕਸ਼ ਤਾਕਤਵਰ ਹੈ ਤੇ ਉਹਦੇ ਸੋਲੇ ਗਾ ਦਿੰਦੇ। ਹਰਨਾਕਸ਼ ਦੁਸ਼ਟ, ਹਰ ਮਾਰਿਆ, ਪ੍ਰਹਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇਸ ਕਰਕੇ ਦਾਤਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪੁੱਛੋ ਗਿਆਨੀਆਂ ਜਾਏ। ਜਿਨ੍ਹਾਂ ਨੂੰ ਰੱਬ ਦੇ ਨਾਮ ਦੀ ਸੂਝ ਹੈ, ਸਮਝ ਹੈ, ਉਹਨਾਂ ਨੂੰ ਭਾਵੇਂ ਬੇਸ਼ੱਕ ਜਾ ਕੇ ਪੁੱਛ ਲਵੋ, ਉਹਨਾਂ ਤੋਂ ਜਾਣਕਾਰੀ ਲੈ ਲਵੋ ਵੀ ਜਿਹੜੀ ਆਤਮਿਕ ਅਡੋਲਤਾ ਹੈ, ਗੁਰੂ ਤੋਂ ਬਿਨਾਂ ਜੀਵਨ ਵਿੱਚ ਨਹੀਂ ਆ ਸਕਦੀ। ਆਪਣੇ ਯਤਨਾਂ ਨਾਲ ਭਾਵੇਂ ਬੰਦਾ ਲੱਖ ਧਰਮ ਕਰਮ ਦੁਨੀਆ ਦੇ ਅੰਦਰ ਭਟਕਣਾ ਦੇ ਵਿੱਚ ਪਿਆ ਹੋਇਆ ਕਰੇ, ਪਰ ਇਹ ਸਹਿਜ ਦੀ ਆਤਮਿਕ ਅਡੋਲਤਾ ਦੀ ਅਵਸਥਾ ਗੁਰੂ ਦੇ ਉਪਦੇਸ਼ ਦੀ ਕਮਾਈ ਨਾਲ ਹੀ ਜੀਵਨ ਵਿੱਚ ਆਉਂਦੀ ਹੈ। ਸਤਿਗੁਰੂ ਕੀ ਸੇਵਾ ਸਦਾ ਕਰ ਭਾਈ। ਦਾਤਾ ਜੀ ਆਖਦੇ ਨੇ, ਹੇ ਭਾਈ, ਗੁਰੂ ਦੀ ਸੇਵਾ, ਸਤਿਗੁਰੂ ਦੇ ਉਪਦੇਸ਼ ਨੂੰ ਕਮਾਉਣ ਦੀ ਸੇਵਾ ਸਦਾ ਹੀ ਕਰ। ਹਰ ਸਾਹ ਦੇ ਨਾਲ, ਹਰ ਘੜੀ, ਹਰ ਪਲ ਆਪਣੇ ਜੀਵਨ ਦੇ ਅੰਦਰ ਇਹ ਕਮਾਈ ਜਿਹੜੀ ਹੈ ਕਰਦਾ ਰਹਿ। ਇਹ ਸੇਵਾ ਹੈ ਅਸਲ ਜਿਹੜੀ ਤੂੰ ਕਰਨੀ ਹੈ। ਪਰ ਇਹ ਸੇਵਾ ਕਿਵੇਂ ਹੋਣੀ ਹੈ? ਵਿੱਚੋਂ ਆਪ ਗਵਾਏ ਹਉਮੈ। ਆਪਾ ਭਾਵ ਦੀ ਮੈਂ ਹਾਂ। ਹਉਮੈ ਦਾ ਭਾਵ ਕੀ ਹੈ? ਹਰ ਜਗ੍ਹਾ ਤੇ ਮੈਂ, ਮੇਰੀ ਹੋਂਦ, ਮੇਰਾ ਹੀ ਸਾਰਾ ਕੁਝ, ਜੋ ਮੈਂ ਚਾਹੁੰਦਾ ਉਹ ਹੀ। ਹਰ ਜਗ੍ਹਾ ਤੇ ਆਪਾ ਭਾਵ ਨੂੰ ਅੱਗੇ ਰੱਖਣਾ, ਇਹਨੂੰ ਆਖਦੇ ਨੇ ਹਉਮੈ। ਪਰਿਵਾਰ ਵਿੱਚ ਇੱਕ ਬੰਦਾ ਐਸਾ ਹੋਵੇ ਜਿਹੜਾ ਹਰ ਇੱਕ ਦੇ ਉੱਤੇ ਆਪਣਾ ਹੀ ਗਲਬਾ ਪਾਉਣ ਦੀ ਕੋਸ਼ਿਸ਼ ਕਰੇ, ਪਰਿਵਾਰ ਟੁੱਟ ਜਾਂਦੇ ਨੇ। ਸੁਭਾਵਿਕ ਬਾਤ ਹੈ, ਪਤੀ ਪਤਨੀ ਦਾ ਰਿਸ਼ਤਾ ਹੈ ਨਾ, ਤੇ ਜੇ ਉਹਨਾਂ ਵਿੱਚ ਤਾਲਮੇਲ ਕਦੋਂ ਵਿਗੜਦਾ ਹੈ? ਜਦੋਂ ਦੋਨਾਂ ਵਿੱਚੋਂ ਇੱਕ ਕੇਵਲ ਆਪਣੇ ਗਲਬੇ ਬਾਰੇ ਸੋਚਦਾ, ਮੇਰਾ ਹੀ ਪ੍ਰਭਾਵ ਰਹਿਣਾ ਚਾਹੀਦਾ, ਦੂਸਰਾ ਕੀ ਕਹਿੰਦਾ ਹੈ, ਦੂਸਰਾ ਕੀ ਸੁਣਾਉਂਦਾ ਹੈ, ਦੂਸਰਾ ਕੀ ਦੱਸਦਾ ਹੈ, ਦੂਸਰੇ ਦੇ ਕੀ ਹੱਕ ਨੇ, ਦੂਸਰੇ ਦੀ ਕੀ ਲੋੜ ਹੈ, ਇਸ ਗੱਲ ਦਾ ਖਿਆਲ ਨਾ ਰੱਖਿਆ ਜਾਏ ਤਾਂ ਪਤੀ ਪਤਨੀ ਦਾ ਸੰਬੰਧ ਵੀ ਟੁੱਟ ਜਾਂਦਾ ਹੈ। ਘਰਾਂ ਦੇ ਵਿੱਚ ਬਖੇੜਾ, ਕਲੇਸ਼ ਪੈਦਾ ਹੋ ਜਾਂਦਾ ਹੈ। ਤੇ ਜੇ ਇਹੋ ਹੀ ਔਗਣ ਕਿਸੇ ਸੰਸਥਾ 'ਚ ਆ ਜਾਏ, ਸੰਸਥਾ 'ਚ ਰੌਲਾ ਪੈ ਜਾਂਦਾ ਹੈ।
ਇਹ ਔਗਣ ਸਮਾਜ ਵਿੱਚ ਆ ਜਾਏ, ਸਮਾਜ 'ਚ ਉਥਲ ਪੁਥਲ ਹੋ ਜਾਂਦੀ ਹੈ। ਔਗਣ ਤਾਂ ਉਹੀ ਹੈ ਨਾ, ਜ਼ਹਿਰ ਤਾਂ ਜ਼ਹਿਰ ਹੀ ਹੈ, ਭਾਵੇਂ ਛੋਟੀ ਉਮਰ ਦਾ ਖਾਏ, ਚਾਹੇ ਨੌਜਵਾਨ ਖਾਏ, ਚਾਹੇ ਬਜ਼ੁਰਗ ਖਾਏ, ਅਸਰ ਜ਼ਹਿਰ ਨੇ ਇੱਕੋ ਜਿਹਾ ਹੀ ਕਰਨਾ। ਔਗਣ ਚਾਹੇ ਸਾਡੇ ਨਿੱਜੀ ਜੀਵਨ ਵਿੱਚ ਹੈ, ਔਗਣ ਚਾਹੇ ਸਾਡੇ ਪਰਿਵਾਰ ਦੇ ਵਿੱਚ ਹੈ, ਔਗਣ ਸਾਡੇ ਸਮਾਜ ਵਿੱਚ ਹੈ, ਚਾਹੇ ਸਾਡੀ ਰਾਜਨੀਤੀ 'ਚ ਹੈ, ਜ਼ਹਿਰ ਨੇ ਅਸਰ ਇੱਕੋ ਜਿਹਾ ਹੀ ਕਰਨਾ। ਇਸ ਕਰਕੇ ਜਦੋਂ ਧਰਮ ਸਮਝਾਉਂਦਾ ਹੈ, ਜਦੋਂ ਗੁਰਬਾਣੀ ਸੁਚੇਤ ਕਰਦੀ ਹੈ ਸਾਨੂੰ, ਤਾਂ ਨਿੱਜੀ ਤੌਰ 'ਤੇ ਪਹਿਲਾਂ ਕਰਦੀ ਹੈ, ਕਿਉਂਕਿ ਔਗਣ ਸਾਡੇ ਨਿੱਜ ਵਿੱਚ ਹੁੰਦਾ ਹੈ ਨਾ, ਸਾਡੇ ਆਪਣੇ ਆਪੇ ਵਿੱਚ ਹੁੰਦਾ ਹੈ। ਜੇ ਅਸੀਂ ਆਪਣੇ ਅੰਦਰ ਦਾ ਉਹ ਔਗਣ ਦੂਰ ਕਰ ਲਈਏ ਤਾਂ ਅਸੀਂ ਜਿੱਥੇ ਵੀ ਜਾਵਾਂਗੇ ਫਿਰ ਜ਼ਹਿਰ ਦਾ ਪਸਾਰਾ ਨਹੀਂ ਪਸਾਰਾਂਗੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੇਵਾ ਤਦੋਂ ਹੋਣੀ ਹੈ ਜੇ ਵਿੱਚੋਂ ਆਪ ਗਵਾਏ, ਜੇ ਤੂੰ ਆਪਣੇ ਅੰਦਰੋਂ ਆਪਣੇ ਵਿੱਚੋਂ ਹਉਮੈ ਨੂੰ ਨਾਸ਼ ਕਰ ਲਿਆ, ਹਉਮੈ ਨੂੰ ਖਤਮ ਕਰ ਲਿਆ। ਗੁਰਮਤੀ ਭਉ ਉਪਜੈ ਭਾਈ, ਭਉ ਕਰਨੀ ਸੱਚ ਸਾਰ। ਗੁਰੂ ਦੀ ਮੱਤ ਨਾਲ ਰੱਬ ਦਾ ਡਰ, ਰੱਬ ਦਾ ਅਦਬ, ਰੱਬ ਦਾ ਸਤਿਕਾਰ ਆਪਣੇ ਮਨ ਵਿੱਚ ਰੱਖ। ਜੇ ਤੂੰ ਰੱਬ ਦੇ ਅਦਬ ਵਿੱਚ ਜੀਵੇਂਗਾ, ਤੇ ਜਿਹੜਾ ਰੱਬ ਦਾ ਅਦਬ ਰੱਖਣਾ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਇਹ ਸਭ ਤੋਂ ਉੱਤਮ ਕੰਮ ਹੈ। ਜੇ ਤੂੰ ਧਰਮ ਕਮਾਉਣਾ ਹੈ ਨਾ, ਸਭ ਤੋਂ ਉੱਤਮ ਕਰਮ ਕਿਹੜਾ ਹੈ, ਸਭ ਤੋਂ ਸ੍ਰੇਸ਼ਟ ਕਾਰ ਕਿਹੜੀ ਹੈ? ਰੱਬ ਦਾ ਅਦਬ ਆਪਣੇ ਮਨ ਵਿੱਚ ਰੱਖਣਾ। ਜਿਹੜੇ ਅਦਬ ਵਾਲੇ ਨੇ, ਜਿਹੜੇ ਉਹਦੇ ਪਿਆਰ, ਉਹਦੇ ਸਤਿਕਾਰ, ਉਹਦੇ ਅਦਬ ਵਿੱਚ ਜੀਂਦੇ ਨੇ, ਉਹ ਭਾਵੇਂ ਇਕੱਲੇ ਵੀ ਹੋਣ, ਉਹਨਾਂ ਨੂੰ ਦੁਨੀਆ ਦੀ ਕੋਈ ਅੱਖ ਨਹੀਂ ਵੇਖਦੀ, ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਰੋਕਣ ਟੋਕਣ ਵਾਲੀ ਨਾ ਹੋਵੇ, ਉਹ ਉੱਥੇ ਵੀ ਇਮਾਨਦਾਰ ਨੇ, ਉੱਥੇ ਵੀ ਧਰਮੀ ਨੇ, ਉੱਥੇ ਵੀ ਭਲਾ ਹੀ ਕਰਦੇ ਨੇ। ਇਹ ਨਹੀਂ ਅਸੀਂ ਕਿਸੇ ਤੋਂ ਡਰਦੇ ਵੀ ਲੋਕ ਸਾਨੂੰ ਵੇਖਦੇ ਨੇ, ਚਲੋ ਇਮਾਨਦਾਰੀ ਵਿਖਾ ਲਓ। ਜਦੋਂ ਲੋਕਾਂ ਦੀਆਂ ਨਜ਼ਰਾਂ ਸਾਨੂੰ ਨਹੀਂ ਵੇਖਦੀਆਂ, ਜਿੰਨੀ ਮਰਜ਼ੀ ਬੇਈਮਾਨੀ ਕਰੋ। ਇਸੇ ਕਰਕੇ ਰਿਸ਼ਵਤਾਂ ਲੈਣ ਵਾਲੇ ਸਿੱਧੀ ਐਵੇਂ ਪ੍ਰਜਾ ਦੇ ਸਾਹਮਣੇ, ਜਨਤਾ ਸਾਹਮਣੇ ਰਿਸ਼ਵਤ ਥੋੜ੍ਹਾ ਲੈਂਦਾ ਕੋਈ। ਵੈਸੇ ਤਾਂ ਰਿਸ਼ਵਤ ਲੈਣਾ ਤੇ ਦੇਣਾ ਸਾਡੇ ਦੇਸ਼ ਦਾ ਕਲਚਰ ਬਣ ਗਿਆ, ਇਹ ਸਾਡੇ ਦੇਸ਼ ਦਾ ਕਲਚਰ ਹੈ। ਕਿਸੇ ਨੇ ਸਰਕਾਰੀ ਦਫ਼ਤਰ ਵਿੱਚੋਂ ਕੋਈ ਕੰਮ ਕਰਵਾਉਣਾ ਹੈ, ਉਹਦਾ ਹੱਕ ਬਣਦਾ ਹੈ। ਉਹ ਮਹਿਕਮਾ ਹੀ ਇਸ ਕਰਕੇ ਬਣਾਇਆ ਸਰਕਾਰ ਨੇ, ਡਿਪਾਰਟਮੈਂਟ, ਵੀ ਲੋਕਾਂ ਦੀ ਹੈਲਪ ਕਰਨ ਵਾਸਤੇ। ਪਰ ਜਦੋਂ ਬੰਦਾ ਘਰ ਤੋਂ ਤੁਰਦਾ ਹੈ ਨਾ, ਤਾਂ ਆਪਣੀ ਜੇਬ ਵਿੱਚ ਐਕਸਟਰਾ ਪੈਸੇ ਪਾ ਕੇ ਪਹਿਲਾਂ ਤੁਰਦਾ। ਉਹਨੂੰ ਪਤਾ ਵੀ ਉੱਥੇ ਦੇਣੇ ਪੈਣੇ ਨੇ। ਭਲਾ ਕਿਉਂ? ਕਿਉਂਕਿ ਉਹਨੂੰ ਪਤਾ ਜਿਹੜਾ ਉੱਥੇ ਬੈਠਾ ਹੈ ਉਹਨੇ ਪੈਸੇ ਲਏ ਬਿਨਾਂ ਕੰਮ ਕਰਨਾ ਹੀ। ਕਲਚਰ ਹੋ ਗਿਆ ਨਾ। ਜਦੋਂ ਲੋਕ ਆਪਣੇ ਘਰੋਂ ਐਕਸਟਰਾ ਵੱਖਰੇ ਪੈਸੇ, ਹਾਲਾਂਕਿ ਉੱਥੇ ਜਿਹੜਾ ਬੈਠਾ ਹੈ ਨਾ ਦਫ਼ਤਰ ਦੇ ਵਿੱਚ, ਉਹਨੂੰ ਤਨਖਾਹ ਦੇ ਰਹੀ ਹੈ ਸਰਕਾਰ ਇਸੇ ਕੰਮ ਦੀ, ਵੀ ਤੂੰ ਲੋਕਾਂ ਦੀ ਇਹ ਮਦਦ ਕਰਨੀ, ਡਿਪਾਰਟਮੈਂਟ ਇਸੇ ਕਰਕੇ। ਪਰ ਉਹ ਵੀ ਇਕੱਲਾ ਕੀ ਕਰੇ? ਜਿਨ੍ਹਾਂ ਨੇ ਉਹਨੂੰ ਲਾਇਆ ਉਹਨਾਂ ਨੇ ਪਹਿਲਾਂ ਉਹਦੇ ਕੋਲੋਂ ਪੈਸੇ ਲਏ ਨੇ ਕਿ ਤੈਨੂੰ ਇਸ ਡਿਪਾਰਟਮੈਂਟ ਵਿੱਚ ਨੌਕਰੀ ਤਾਂ ਮਿਲ ਸਕਦੀ ਹੈ ਜੇ ਤੂੰ ਇੰਨੇ ਪੈਸੇ ਸਾਨੂੰ ਦੇਣਾ ਹੈ। ਯੋਗਤਾ ਪੈ ਗਈ ਖੂਹ ਖਾਤੇ ਵਿੱਚ। ਮੂਰਖਾਂ ਨੂੰ ਪੈਸੇ ਦੇ ਕੇ ਪਦਵੀਆਂ ਦੇ ਦਿੱਤੀਆਂ ਗਈਆਂ, ਤੇ ਜਿੱਥੇ ਮੂਰਖ ਸ਼੍ਰੋਮਣੀ ਹੋ ਜਾਣਗੇ, ਪਦਵੀਆਂ ਤੇ ਬੈਠ ਜਾਣਗੇ, ਪ੍ਰਜਾ ਦਾ ਹਾਲ ਕੀ ਹੋਵੇਗਾ ਜੀ? ਸਮਾਜ ਕਿੱਥੇ ਜਾਏਗਾ? ਤਾਂ ਵਿਗਾੜ ਇੱਕ ਬੰਦੇ 'ਚ ਨਹੀਂ, ਵਿਗਾੜ ਸਾਰੇ ਪਾਸੇ। ਕਲਚਰ ਬਣ ਜਾਂਦੀ ਹੈ ਜਦੋਂ ਕੋਈ ਚੀਜ਼ ਨਿੱਕੇ ਤੋਂ ਲੈ ਕੇ ਵੱਡਿਆਂ ਤੱਕ ਹਰ ਆਦਮੀ ਦੇ ਅੰਦਰ ਉਹ ਚੀਜ਼ ਪੂਰੀ ਕੰਮ ਕਰਦੀ ਹੈ, ਤਾਂ ਕਲਚਰ ਹੋ ਗਿਆ ਨਾ। ਬੇਈਮਾਨੀ, ਰਿਸ਼ਵਤਖੋਰੀ ਕਲਚਰ ਬਣ ਗਿਆ ਹੈ। ਕਲਚਰ ਹੈ। ਕਾਨੂੰਨ ਜੋ ਮਰਜ਼ੀ ਚੀਕਦਾ ਰਹੇ, ਧਰਮ ਜੋ ਮਰਜ਼ੀ ਕਹਿੰਦਾ ਰਹੇ, ਸਿਆਣੇ ਲੋਕ ਜਿੰਨੇ ਮਰਜ਼ੀ ਰੌਲਾ ਪਾਉਂਦੇ ਨੇ, ਕੀ ਫਰਕ ਪੈਂਦਾ? ਜਿਹੜੀ ਚੀਜ਼ ਕਲਚਰ ਬਣ ਜਾਏ ਤੁਸੀਂ ਉਹਨੂੰ ਤੋੜਨਾ ਕਿਤਨਾ ਔਖਾ ਹੋ ਜਾਂਦਾ ਹੈ। ਇਹਦਾ ਭਾਵ ਇਹੀ ਹੈ ਵੀ ਅਸੀਂ ਧਾਰਮਿਕ, ਇਮਾਨਦਾਰ ਤੇ ਸਿਆਣੇ ਨਹੀਂ ਬਣ ਸਕੇ। ਇਹ ਸਾਡੀ ਘਾਟ ਹੈ ਸਾਡੇ ਸਮਾਜ ਦੀ। ਹੁਣ ਜੇ ਰੱਬ ਦਾ ਅਦਬ ਹੋਵੇਗਾ ਤੇ ਰਿਸ਼ਵਤ ਜਿਨ ਲੈਣੀ, ਭਾਵੇਂ ਕਲਚਰ ਬਣ ਗਿਆ, ਫਿਰ ਵੀ ਰਿਸ਼ਵਤ ਲੁਕੋ ਕੇ ਹੀ ਦਿੱਤੀ ਜਾਣੀ ਹੈ ਤੇ ਲੁਕੋ ਕੇ ਹੀ ਲਈ ਜਾਣੀ ਹੈ। ਪਤਾ ਸਾਰਿਆਂ ਨੂੰ ਹੀ ਹੁੰਦਾ ਵੀ ਰਿਸ਼ਵਤ ਤੋਂ ਬਿਨਾਂ ਕੰਮ ਨਹੀਂ ਹੋਇਆ, ਪਰ ਆਤਮਾ ਪ੍ਰਵਾਨ ਨਹੀਂ ਕਰਦੀ। ਆਤਮਾ ਅਜੇ ਵੀ ਕਹਿੰਦੀ ਬੁਰੀ ਹੈ ਇਹ ਚੀਜ਼, ਇਸ ਕਰਕੇ ਲੁਕੋ ਕੇ ਕਰਨਾ ਪੈਂਦਾ। ਪਰ ਖਿਆਲ ਕਰਿਓ, ਜਿੱਥੇ ਕੋਈ ਨਾ ਵੇਖਦਾ ਹੋਵੇ, ਲੁਕਾਉਣ ਦੀ ਲੋੜ ਨਾ ਪਵੇ। ਧਰਮੀ ਬੰਦੇ ਦਾ ਅਸੂਲ ਧਾਰਮਿਕ ਜੀਵਨ ਕਿਹੜਾ ਹੈ? ਉੱਥੇ ਵੀ ਬੇਈਮਾਨੀ ਨਹੀਂ ਕਰਦਾ, ਭਾਵੇਂ ਕੋਈ ਨਹੀਂ ਵੇਖਦਾ, ਭਾਵੇਂ ਕੋਈ ਫੜਨ ਵਾਲਾ ਨਹੀਂ, ਸਜ਼ਾ ਦੇਣ ਵਾਲਾ ਨਹੀਂ, ਸੁਤੰਤਰ ਹੈ ਆਦਮੀ। ਉੱਥੇ ਇਹਦਾ ਭਾਵ ਇਹ ਹੈ ਰੱਬ ਦਾ ਅਦਬ ਰੱਖਣਾ ਕਿ ਹੇ ਵਾਹਿਗੁਰੂ, ਮੈਂ ਤਾਂ ਤੈਨੂੰ ਜਵਾਬ ਦੇ ਹਾਂ। ਦੁਨੀਆ ਦੀ ਅੱਖ ਵੇਖੇ ਚਾਹੇ ਨਾ ਵੇਖੇ,
ਪਰ ਮੈਂ ਪਾਪ ਨਹੀਂ ਕਮਾ ਸਕਦਾ। ਗਰੀਬ ਨਵਾਜ ਜੀ ਆਖਦੇ ਹਨ, ਪ੍ਰੇਮ ਪਦਾਰਥ ਪਾਈਐ ਭਾਈ, ਸਚ ਨਾਮ ਆਧਾਰ। ਇਸ ਅਦਬ ਦੇ ਰਾਹੀਂ ਵਾਹਿਗੁਰੂ ਦੇ ਪਿਆਰ ਦਾ ਪਦਾਰਥ ਝੋਲੀ ਵਿੱਚ ਪੈਂਦਾ ਹੈ, ਸੱਚੇ ਨਾਮ ਦਾ ਆਸਰਾ ਬਣ ਜਾਂਦਾ ਹੈ। ਜੋ ਸਤਿਗੁਰ ਸੇਵੈ ਆਪਣਾ ਭਾਈ, ਤਿਨ ਕੈ ਹੋਂ ਲਾਗੋਂ ਪਾਏ। ਜਿਹੜੇ ਆਪਣੇ ਗੁਰੂ ਨੂੰ ਨਿਤਾ ਪ੍ਰਤੀ ਯਾਦ ਕਰਦੇ, ਭਾਵ ਗੁਰੂ ਦੀ ਮੱਤ ਤੇ ਉਪਦੇਸ਼ ਨੂੰ ਹਿਰਦੇ 'ਚ ਵਸਾਉਂਦੇ ਨੇ, ਮੈਂ ਉਹਨਾਂ ਦਾ ਆਦਰ ਕਰਦਾ, ਸਤਿਕਾਰ ਕਰਦਾ, ਉਹਨਾਂ ਨੂੰ ਮਾਣ ਦਿੰਦਾ ਹਾਂ। ਜਨਮ ਸਵਾਰੀ ਆਪਣਾ ਭਾਈ, ਕੁਲ ਭੀ ਲਈ ਬਖਸ਼ਾਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਐਸਾ ਕਰਕੇ ਮੈਂ ਉਹਨਾਂ ਤੇ ਅਹਿਸਾਨ ਨਹੀਂ ਕਰਦਾ, ਉਹਨਾਂ ਨੇਕ ਲੋਕਾਂ ਦੀ ਸੰਗਤ ਵਿੱਚ ਬੈਠ ਕੇ ਸਗੋਂ ਮੈਂ ਆਪਣਾ ਭਲਾ ਕਰਨਾ ਹੈ। ਜਨਮ ਸਵਾਰੀ ਆਪਣਾ, ਆਪਣੇ ਜਨਮ ਨੂੰ ਸਵਾਰਨਾ। ਕੁਲ ਵੀ ਲਈ ਬਖਸ਼ਾਏ, ਆਪਣੇ ਪਰਿਵਾਰ, ਆਪਣੇ ਚੁਗਿਰਦੇ, ਆਪਣੇ ਆਲੇ ਦੁਆਲੇ ਦਾ ਭਲਾ ਕਰਨਾ ਹੈ। ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਸਤਿਗੁਰੂ ਆਖਦੇ, ਅਕਾਲ ਪੁਰਖ ਦੀ ਸਿਫਤ ਸਲਾਹ ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਦਾ ਸ਼ਬਦ, ਸਤਿਗੁਰਾਂ ਦਾ ਬੋਲਿਆ ਸੱਚ ਸਦੀਵ ਕਾਲ ਕਾਇਮ ਰਹਿਣ ਵਾਲਾ ਹੈ। ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਪਰ ਇਸ ਸੱਚ ਦਾ ਰੂਪ ਮਨੁੱਖ ਗੁਰੂ ਦੀ ਬਖਸ਼ਿਸ਼, ਗੁਰੂ ਦੀ ਦਸੀ ਜੁਗਤ ਮੁਤਾਬਕ ਹੀ ਹੋ ਸਕਦਾ ਹੈ। ਨਾਨਕ ਨਾਮ ਹਰ ਮਨ ਵਸੈ ਭਾਈ। ਹੇ ਨਾਨਕ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਕਮਾ ਕੇ, ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਪ੍ਰਮਾਤਮਾ ਦੇ ਗੁਣ ਆ ਜਾਂਦੇ ਹਨ, ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਤਿਸ ਬਿਘਨ ਨਾ ਲਾਗੈ ਕੋਈ। ਉਹਦੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਆਪਣੇ ਜੀਵਨ ਵਿੱਚ ਉਹ ਵਿਕਾਰਾਂ ਦੇ ਬੰਧਨਾਂ ਤੇ ਜੀਵਨ ਦੀਆਂ ਜੋ ਸਚਿਆਰੇ ਜੀਵਨ ਵਿੱਚ ਜੋ ਰੁਕਾਵਟਾਂ ਨੇ, ਦੁਰਮਤ, ਵਿਕਾਰ, ਔਗਣ, ਇਹਨਾਂ ਵਿਘਨਾਂ ਤੋਂ, ਇਹਨਾਂ ਅਟਕਲਾਂ ਤੋਂ, ਇਹਨਾਂ ਰੁਕਾਵਟਾਂ ਤੋਂ ਉਸ ਮਨੁੱਖ ਦਾ ਜੀਵਨ ਮੁਕਤ ਹੋ ਜਾਂਦਾ ਹੈ, ਬਚ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ 4 ਬੰਦਾਂ ਦੇ ਵਿੱਚ, ਕੁੱਲ 8 ਪੰਕਤੀਆਂ ਸਨ, ਇਹੀ ਬਖਸ਼ਿਸ਼ ਕੀਤੀ ਹੈ ਵੀ ਆਤਮਕ ਅਡੋਲਤਾ, ਬੈਲੈਂਸ, ਸਹਿਜ ਤੋਂ ਬਿਨਾਂ ਮਨੁੱਖ ਦਾ ਜੀਵਨ ਭਟਕਣਾ ਵਾਲਾ ਹੈ। ਇਹ ਅਡੋਲਤਾ ਕੇਵਲ ਗੁਰੂ ਦੇ ਸ਼ਬਦ ਦੀ, ਉਪਦੇਸ਼ ਦੀ, ਮੱਤ ਦੀ ਕਮਾਈ ਨਾਲ ਆ ਸਕਦੀ ਹੈ। ਰੱਬ ਦਾ ਅਦਬ ਕੇਵਲ ਸਾਨੂੰ ਚੰਗਿਆਂ ਬਣਾ ਸਕਦਾ ਹੈ। ਜਿੱਥੇ ਰੱਬ ਦਾ ਅਦਬ ਮਨ ਵਿੱਚ ਰੱਖ ਕੇ ਸਾਰੀ ਖਲਕਤ ਨਾਲ ਪਿਆਰ ਕਰਨ ਦਾ ਸੁਭਾਅ ਪੈਦਾ ਹੁੰਦਾ ਹੈ, ਮਨੁੱਖ ਧੁਰ ਆਤਮਾ ਤੋਂ ਨੇਕੀ ਕਮਾਉਣੀ ਤੇ ਨੇਕ ਬਣਨਾ, ਇਹ ਉਸ ਦੇ ਅੰਦਰ ਇੱਛਾ ਜਾਗ ਪੈਂਦੀ ਹੈ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਬੜੇ ਪਿਆਰ ਸਤਿਕਾਰ ਨਾਲ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ